पंजाबी नेशनल टीवी देख रहे दर्शकों ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਕਤਨਾਮਾ ਖਾਸ ਹੈ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹੋਏ ਹਾਂ ਅੱਜ ਅਸੀਂ। ਵਕਤ ਦੀ ਨਬਜ਼ ਨੂੰ ਪਛਾਣਨ ਵਾਲੇ ਅਨੇਕਾਂ ਹੀ ਵਿਦਿਆਰਥੀਆਂ ਦੀ ਜ਼ਿੰਦਗੀ ਸੁਵਾਰਨ ਵਾਲੇ ਪੰਜਾਬੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਸਾਹਿਤਕ ਕਿਰਤਾਂ ਪਾਉਣ ਵਾਲੇ ਪੰਜਾਬੀ ਸੱਭਿਆਚਾਰ ਦਾ ਝੰਡਾ ਬਰਦਾਰ ਸਰਦਾਰ ਗੁਰਭਜਨ ਸਿੰਘ ਗਿੱਲ ਜਿਨ੍ਹਾਂ ਦਾ ਹੈ ਨਾਂ। ਇਹ ਸ਼ਖਸੀਅਤ ਆਪਣੇ ਆਪ ਵਿੱਚ ਇੱਕ ਸੰਸਥਾ ਹੈ ਤੇ ਇਸ ਸੰਸਥਾ ਦੇ ਨਾਲ ਜੁੜਨ ਦਾ ਸਾਨੂੰ ਮੌਕਾ ਮਿਲ ਰਿਹਾ ਅੱਜ ਦੇ ਇਸ ਪ੍ਰੋਗਰਾਮ 'ਚ, ਕਿਉਂਕਿ ਇਸ ਪ੍ਰੋਗਰਾਮ ਦਾ ਨਾਂ ਹੀ ਹੈ ਵਕਤਨਾਮਾ ਵਿਦ ਗੁਰਭਜਨ ਸਿੰਘ ਗਿੱਲ। ਸੋ ਅੱਜ ਦੇ ਇਸ ਪ੍ਰੋਗਰਾਮ 'ਚ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਹੋਰਾਂ ਦਾ ਸਵਾਗਤ ਕਰਦੇ ਹਾਂ। ਗੁਰਭਜਨ ਸਿੰਘ ਗਿੱਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਬਹੁਤ ਸਾਰਾ ਸਤਿਕਾਰ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਔਰ ਸਾਰੇ ਪੰਜਾਬੀ ਨੈਸ਼ਨਲ ਟੀਵੀ ਦੇ ਸਟਾਫ ਨੂੰ ਜੀ। ਤੇ ਗੁਰਭਜਨ ਜੀ, ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਵਕਤ ਦੀ ਕਰਦੇ ਹਾਂ। ਇਸ ਵੇਲੇ ਵਕਤ ਜਿਹੜਾ ਹੈ ਉਹ ਹੈ ਕੁਝ ਗੱਲਾਂ ਸੁਰਖੀਆਂ ਦੇ ਵਿੱਚ ਨੇ ਤੇ ਇਸ ਵੇਲੇ ਜਿਹੜੀ ਵਕਤ ਦੀ ਪਹਿਲੀ ਗੱਲ ਹੈ ਉਹ ਹੈ ਕੱਲ ਭਾਰਤ ਬੰਦ ਰਿਹਾ। ਬੰਦ ਕਿੰਨਾ ਸਫਲ ਰਿਹਾ, ਕਿੱਥੇ ਕਿੱਥੇ ਬੰਦ ਹੋਇਆ, ਇਹ ਥੋੜੀ ਪੜਚੋਲ ਅਸੀਂ ਕਰਾਂਗੇ ਤੇ ਤੁਸੀਂ ਇਹਦੇ ਬਾਰੇ ਆਪਣੇ ਵਿਚਾਰ ਦੱਸੋ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਪਿਛਲੇ 121 ਦਿਨ ਤੋਂ ਚੱਲ ਰਿਹਾ ਸੰਘਰਸ਼ ਹੈ, ਉਹਦੇ 'ਚ ਕੱਲ 26 ਮਾਰਚ ਵਾਲੇ ਦਿਨ ਸਬੱਬ ਨਾਲ ਉਸ ਦਿਨ ਅਬਦੁੱਲਾ ਭੱਟੀ ਦੀ ਸ਼ਹਾਦਤ ਦਾ ਦਿਹਾੜਾ ਵੀ ਸੀ, 432ਵਾਂ। ਔਰ ਉਸ ਦਿਹਾੜੇ ਤੇ ਪੂਰੇ ਦੇਸ਼ ਦੀਆਂ ਸੜਕੀ ਆਵਾਜਾਈਆਂ, ਰੇਲ ਆਵਾਜਾਈਆਂ ਇਹ ਰੋਕਣ ਦਾ ਪੂਰਾ ਇਹਨਾਂ ਨੇ ਨਿਜ਼ਾਮ ਉਸਾਰਿਆ ਹੋਇਆ ਸੀ ਪੂਰੇ ਮੁਲਕ ਦੇ ਵਿੱਚ। ਔਰ ਪੂਰੇ ਮੁਲਕ ਦੇ ਵਿੱਚ ਜਦੋਂ ਸਾਰਾ ਤਾਣਾ ਬਾਣਾ ਠੱਪ ਹੋਇਆ, ਖਾਸ ਕਰਕੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਨੇ ਵੀ ਔਰ ਕਾਰੋਬਾਰੀਆਂ ਨੇ ਵੀ, ਆੜ੍ਹਤੀਆਂ ਨੇ ਵੀ, ਜਿਹੜੇ ਹੋਰ ਕਾਰੋਬਾਰ ਖੇਤੀਬਾੜੀ ਦੇ ਸੰਬੰਧਿਤ ਲੋਕ ਨੇ, ਸਾਰਿਆਂ ਨੇ ਜਦੋਂ ਇਹ 'ਚ ਹਿੱਸਾ ਲਿਆ ਤਾਂ ਵਪਾਰੀ ਵਰਗ ਵੀ ਪਿੱਛੇ ਨਹੀਂ ਰਿਹਾ। ਉਹਨਾਂ ਨੇ ਵੀ ਵੱਧ ਚੜ ਕੇ ਇਸ ਹਿੱਸਾ ਲਿਆ ਔਰ ਆਪਣੀ ਜਿਹੜੀ ਹੈਗੀ ਸੋਲੀਡੈਰਿਟੀ, ਜਿਹੜੀ ਇਕਮੁੱਠਤਾ ਆ, ਉਹ ਕਿਸਾਨ ਵੀਰਾਂ ਨਾਲ ਪ੍ਰਗਟ ਕੀਤੀ। ਔਰ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਹੈ ਕਿ ਸਾਰੀਆਂ ਥਾਵਾਂ ਦੇ ਉੱਤੇ, ਕਿਸੇ ਇੱਕ ਥਾਂ ਦੇ ਉੱਤੇ ਵੀ ਕੋਈ ਮੰਦੀ ਘਟਨਾ ਨਹੀਂ ਵਾਪਰੀ, ਕਿਤੇ ਵੀ ਕੋਈ ਹਿੰਸਕ ਕਿਸੇ ਕਿਸਮ ਦੀ ਵਾਰਦਾਤ ਨਹੀਂ ਹੋਈ ਔਰ ਸ਼ਾਂਤਮਈ ਅੰਦਾਜ਼ ਦੇ ਵਿੱਚ ਹੀ ਸਾਰੀਆਂ ਥਾਵਾਂ ਦੇ ਉੱਤੇ ਇਹ ਰੋਕੀਆਂ ਗਈਆਂ, ਰੇਲਾਂ ਵੀ ਰੋਕੀਆਂ ਗਈਆਂ। ਔਰ ਖਾਸ ਕਰਕੇ ਜਿਹੜਾ ਉੱਤਰੀ ਭਾਰਤ ਦੇ ਵਿੱਚ ਇਸ ਦੀਆਂ ਜਿਹੜੀਆਂ ਸਰਗਰਮੀਆਂ ਨੇ, ਉਹਨਾਂ 'ਚੋਂ ਪੰਜਾਬ ਉਹਦਾ ਐਪੀ ਸੈਂਟਰ ਰਿਹਾ ਔਰ ਹਰਿਆਣਾ ਦੇ ਵਿੱਚ, ਦਿੱਲੀ ਦੇ ਵਿੱਚ, ਪਰੇ ਵੈਸਟਰਨ ਯੂਪੀ ਦਾ ਪਰਲਾ ਹਿੱਸਾ, ਫਿਰ ਨਾਲ ਲਗਵਾ ਮੱਧ ਪ੍ਰਦੇਸ਼, ਕੋਈ ਸੂਬਾ ਐਸਾ ਨਹੀਂ ਜਿਹਦਾ ਇੰਪੈਕਟ ਜਾਂ ਅਸਰ ਨਾ ਪਿਆ ਹੋਵੇ। ਸੋ ਕੁੱਲ ਮਿਲਾ ਕੇ ਇਹ ਜਿਹੜੀ ਗੱਲ ਆਪਣੇ ਆਪ ਦੇ ਵਿੱਚ ਵਧੀਆ ਉਹ ਇਹ ਆ ਕਿ ਇਹਦੇ 'ਚ ਪੋਲੀਟੀਕਲ ਪਾਰਟੀਆਂ ਨੇ ਵੀ ਸਾਰੀਆਂ ਨੇ ਸਪੋਰਟ ਦਿੱਤੀ, ਖਾਸ ਕਰਕੇ ਅਦਰ ਦੈਨ ਬੀਜੇਪੀ, ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਸਾਰੀਆਂ ਨੇ ਜੀ। ਚਲੋ ਖੈਰ, ਉਹਨਾਂ ਦੀ ਮਜਬੂਰੀ ਵੀ ਹੈ ਕਿ ਕੁਝ ਚੋਣਾਂ ਅੱਗੇ ਸਿਰ ਤੇ ਕੁਝ ਸੂਬਿਆਂ 'ਚ ਹੋ ਰਹੀਆਂ ਨੇ, ਕੁਝ ਸੂਬਿਆਂ 'ਚ ਆਉਣ ਵਾਲੀਆਂ ਨੇ, ਪਰ ਇਹਦੇ ਬਾਵਜੂਦ ਉਹਨਾਂ ਦਾ ਇਹਦੇ ਸਾਥ ਸਹਿਯੋਗ 'ਚ ਤੁਰਨਾ, ਸਾਥ ਦੇਣਾ, ਇਹ ਆਪਣੇ ਆਪ ਦੇ ਵਿੱਚ ਇੱਕ ਪੋਜ਼ਿਟਿਵ ਸਾਈਨ ਹੈ ਕਿ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਨਜਿੱਠਣ ਵਾਸਤੇ ਗਵਰਨਮੈਂਟ ਆਫ ਇੰਡੀਆ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜਾ ਅੱਜ ਰੋਸਾ ਹੈ ਖਾਸ ਕਰਕੇ ਸਾਡੇ ਫਾਰਮਿੰਗ ਸੈਕਟਰ ਦਾ, ਉਹ ਰੋਸਾ ਬਦਲ ਕੇ ਉਸ ਨੂੰ ਕਿਸੇ ਕਿਸਮ ਦੀ ਕੋਈ ਹੋਰ ਜਿਹੜੀ ਤੰਦ ਹੈ ਉਹ ਹੋਰ ਪਾਸੇ ਨਾ ਖੁੱਲ ਜਾਵੇ। ਇਹ ਵੀ ਡਰ ਮਾਰਦਾ ਬਹੁਤ ਸਾਰਾ, ਕਿਉਂਕਿ ਜਿਹੜੀ ਅਸੀਂ ਹੁਣ ਤੱਕ ਦਾ ਹਾਲਾਤ ਵੇਖੇ ਨੇ ਉਹਦੇ ਵਿੱਚ ਅਨੁਸ਼ਾਸਨ 121 ਦਿਨ ਰਹਿ ਸਕਣਾ ਇਹ ਕਰਾਮਾਤ ਤੋਂ ਘੱਟ ਨਹੀਂ ਹੈ ਜੀ। ਖਾਸ ਕਰਕੇ ਜਦੋਂ ਬਣ ਦੀ ਲੱਕੜੀ ਹੋਵੇ ਉਦੋਂ ਹੋਰ ਵੀ ਥੋੜਾ ਜਿਹਾ ਆਸਾਨ ਨਹੀਂ ਹੁੰਦਾ, ਬੜਾ ਔਖਾ ਹੋ ਜਾਂਦਾ ਜੀ। ਤੇ ਜਿਹੜੇ ਕਿਸਾਨ ਆਗੂ ਨੇ ਉਹ ਜੁਟੇ ਹੋਏ ਨੇ ਕਿ ਆਪਣੀਆਂ ਮੰਗਾਂ ਪੂਰੀਆਂ ਕਰਵਾਉਣੀਆਂ ਨੇ। ਕਿਤੇ ਕਿਤੇ ਲੱਗਦਾ ਹੈ ਕਿ ਕਿਸਾਨ ਮੋਰਚਾ, ਚਲੋ ਕੱਲ ਦਾ ਬੰਦ ਤਾਂ ਆਪਾਂ ਉਹਨਾਂ ਦੇ ਪੱਖੋਂ ਤਾਂ ਸਫਲ ਕਹਿ ਸਕਦੇ ਹਾਂ, ਪਰ ਸਰਕਾਰੀ ਤੰਤਰ ਜਿਹੜਾ ਹੈ ਉਹ ਇਹਨੂੰ ਕਹਿੰਦਾ ਕਿ ਸਿਰਫ ਪੰਜਾਬ ਹਰਿਆਣਾ 'ਚ ਇਹਦਾ ਅਸਰ ਰਿਹਾ, ਬਾਕੀ ਕਿਤੇ ਦੇਖਣ ਨੂੰ ਨਹੀਂ ਮਿਲਿਆ। ਬਾਕੀ ਥਾਵਾਂ 'ਚ ਪਰਮਿੰਦਰ, ਜਿਵੇਂ ਹੁਣ ਗੁਜਰਾਤ ਤੇ ਕਰਨਾਟਕਾ ਦੇ ਵਿੱਚ ਇਹਨਾਂ ਨੇ ਜਿਹੜੇ ਕਿਸਾਨ ਆਗੂ ਜੇ ਅਰੈਸਟ ਕੀਤੇ ਨੇ, ਇਹਦਾ ਮਤਲਬ ਵੀ ਉਹ ਬੰਦ ਕਰਨ ਵਾਲੇ ਰਾਹ ਹੀ ਤੁਰੇ ਹੋਏ ਸੀ ਨਾ। ਜੇ ਉਹ ਬੰਦ ਨਾ ਕਰਦੇ ਹੁੰਦੇ, ਅਰੈਸਟ ਕਾਹਦੇ ਲਈ ਕੀਤੇ ਇਹਨਾਂ ਨੇ ਜੀ? ਆਪਾਂ ਆਖਿਰ ਜਾਣਦੇ ਹਾਂ ਕਿ ਪੰਜਾਬ ਤੇ ਉੱਤਰੀ ਭਾਰਤ 'ਚ ਅਸਰ ਜ਼ਿਆਦਾ ਸੀਗਾ, ਪਰ ਕਰਨਾਟਕਾ ਤੇ ਉੱਤਰੀ ਭਾਰਤ 'ਚ ਨਹੀਂ ਆਉਂਦਾ, ਗੁਜਰਾਤ ਤੇ ਉੱਤਰੀ ਭਾਰਤ 'ਚ ਨਹੀਂ ਆਉਂਦਾ। ਸੋ ਜੇ ਸਾਰਾ ਅਸਰ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਪਿਆ ਤਾਂ ਹੀ ਉਹਨਾਂ ਨੂੰ ਅਰੈਸਟ ਕੀਤਾ ਨਾ ਉੱਥੇ। ਉਹਨਾਂ ਆਪਣੀ ਗੱਲ ਈਵਨ ਮੀਡੀਆ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਗਿਆ, ਉਹਨਾਂ ਨੂੰ ਮੀਡੀਆ ਨਾਲ ਵੀ ਗੱਲ ਨਹੀਂ ਕਰ ਦਿੱਤੀ ਗਈ। ਔਰ ਜਿਸ ਕਿਸਮ ਦਾ ਸਰਕਾਰੀ ਜ਼ਬਰ ਦਾ ਕੁਹਾੜਾ ਤੇਜ਼ ਕਰ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਮਾਰੂ ਵਰਤਾਰੇ ਦੀ ਖੇਡ ਆ, ਕਿਉਂਕਿ ਜਿਸ ਕਿਸਮ ਦੀ ਡਾਈਸੈਂਟ, ਜਿਸ ਕਿਸਮ ਦਾ ਲੋਕਾਂ ਦੇ ਅੰਦਰ ਰੋਸਾ ਵੱਧ ਰਿਹਾ, ਉਸ ਨੂੰ ਸਮਝਣ ਤੇ ਸਮਝਾਉਣ ਦੀ ਲੋੜ, ਸੁਲਝਾਉਣ ਦੀ ਲੋੜ ਹੈ, ਨਾ ਕਿ ਉਸ ਨੂੰ ਟਾਲਣ ਦੀ ਲੋੜ ਹੈ। ਲਮਕਾ ਕੇ ਤਾਂ ਸਗੋਂ ਮੁਸੀਬਤ ਹੋਰ ਵੱਧਦੀ ਹੈ। ਤੁਸੀਂ ਜ਼ਖਮ ਨਿੱਕਾ ਜਿਹਾ ਹੋ ਜਾਵੇ ਫਰਜ਼ ਕੀਤਾ ਕਿਸੇ ਥਾਂ ਤੇ, ਤੁਸੀਂ ਓੜ ਪੋੜ ਕਰੀ ਜਾਓ, ਪੱਟੀਆਂ ਤੁਸੀਂ ਉੱਤੇ ਪਾਣੀ ਦੇ ਧਰੀ ਜਾਓ, ਤੇ ਅਲਟੀਮੇਟਲੀ ਜ਼ਖਮ ਖਰਾਬ ਹੋਣਾ ਹੀ ਹੋਣਾ।
ਉਸੇ ਜ਼ਖਮ ਦੇ ਉੱਤੇ ਮਿੱਟੀ ਪੈ ਪੈ ਕੇ ਹੋ ਸਕਦਾ ਅਲਟੀਮੇਟਲੀ ਉਹ ਕਿਸੇ ਹੋਰ ਰੂਪ 'ਚ ਤੁਹਾਡੀ ਅੰਗ ਨੂੰ ਨੁਕਸਾਨ ਕਰੇ। ਜਦੋਂ ਕਈ ਵਾਰੀ ਅਸੀਂ ਨਹੀਂ ਵੇਲੇ ਸਿਰ ਇਲਾਜ ਕਰਾਉਂਦੇ ਤਾਂ ਗੈਂਗਰੀਨ 'ਚ ਵੀ ਤਬਦੀਲ ਹੋ ਜਾਂਦੇ ਉਹੀ ਜ਼ਖਮ ਜਿਹੜੇ ਨਿੱਕੇ ਨਿੱਕੇ ਨੇ, ਹੱਡੀਆਂ ਕੱਟਣੀਆਂ ਪੈਂਦੀਆਂ ਨੇ ਬਾਅਦ ਵਿੱਚ। ਸੋ ਉੱਥੋਂ ਤੱਕ ਨੌਬਤ ਨਾ ਆਵੇ, ਇਸ ਵਾਸਤੇ ਗਵਰਨਮੈਂਟ ਆਫ ਇੰਡੀਆ ਨੂੰ ਇਸ ਗੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਇਸ ਪਾਸੇ। ਔਰ ਇਹ ਆਪਣੇ ਆਪ 'ਚ ਇੱਕ ਜਿਹੜੀ ਸਮੱਸਿਆ ਆ, ਇਹ ਭਾਰਤ ਬੰਦ ਦਾ ਇੱਕ ਸਾਈਨ ਹੈ। ਭਾਰਤ ਬੰਦ ਕੋਈ ਇਲਾਜ ਨਹੀਂ ਹੈਗਾ ਸਮੱਸਿਆ ਦਾ। ਕਿਸਾਨ ਹੁਣ ਮਰਦਾ ਕੀ ਨਾ ਕਰਦਾ ਵਾਲੀ ਗੱਲ ਹੈ, ਮਰਦੀ ਨੇ ਅੱਖ ਚੱਬੇ ਵਾਲੀ ਗੱਲ ਹੈ। ਹੁਣ ਦੱਸੋ ਕਿ ਜੇ ਉਹ ਰੋਸਾ ਵੀ ਆਪਣਾ ਪ੍ਰਗਟ ਕਰਨ ਦੇ ਰਾਹ ਤੁਰਦੇ ਨੇ ਤਾਂ ਉਹ ਵੀ ਤੁਸੀਂ ਕਰਨ ਦਿੰਦੇ? ਇਹ ਵੀ ਤਾਂ ਬੰਦੇ ਦੇ ਪੁੱਤਾਂ ਵਾਲੀ ਗੱਲ ਨਹੀਂ ਨਾ ਕਿ ਤੁਸੀਂ ਰੋਸਾ ਵੀ ਨਹੀਂ ਕਰਦੇ, ਉਹਨਾਂ ਨੂੰ ਤੁਸੀਂ ਗ੍ਰਿਫਤਾਰੀਆਂ ਕਰਦੇ ਹੋ, ਮੀਡੀਆ ਨਾਲ ਗੱਲ ਨਹੀਂ ਕਰਨ ਦਿੰਦੇ। ਇੱਕ ਪਾਸੇ ਸੁਪਰੀਮ ਕੋਰਟ ਕਹਿੰਦਾ ਕਿ ਇਹ ਕਿਸਾਨਾਂ ਦਾ ਹੱਕ ਹੈ ਆਪਣਾ ਰੋਸ ਪ੍ਰਗਟਾਉਣਾ, ਸਰਕਾਰ ਆਪਣਾ ਰੋਬ ਜਮਾਉਂਦੀ ਹੈ ਕਿਉਂਕਿ ਸਰਕਾਰ ਦੇ ਕੋਲ ਤਾਕਤ ਹੈ। ਸੋ ਇਸ ਵੇਲੇ ਤਾਕਤ ਕਿਸਾਨ ਆਗੂਆਂ ਦੇ ਹੱਥ ਵਿੱਚ ਵੀ ਹੈਗੀ ਹੈ। ਅੱਗੋਂ ਕੀ ਪਲਾਨਿੰਗ ਬਣਾ ਰਹੇ ਨੇ, ਕੀ ਯੋਜਨਾ ਬਣਾ ਰਹੇ ਨੇ? ਲੋਕ ਸ਼ਕਤੀ ਹਮੇਸ਼ਾ ਬੇਟੇ ਜਿਹੜੀ ਹੁੰਦੀ ਹੈ ਉਹ ਹੀ ਵੱਡੀ ਹੁੰਦੀ ਹੈ। ਲੋਕ ਸ਼ਕਤੀ ਨੇ ਹੀ ਹਕੂਮਤਾਂ ਨੂੰ ਤਾਕਤ ਦਿੱਤੀ ਹੁੰਦੀ, ਚਾਹੇ ਗਵਰਨਮੈਂਟ ਆਫ ਇੰਡੀਆ ਹੋਵੇ, ਚਾਹੇ ਗਵਰਨਮੈਂਟ ਆਫ ਪੰਜਾਬ ਹੋਵੇ, ਚਾਹੇ ਸੂਬੇ ਦੀ ਹੋਰ ਸਰਕਾਰ ਹੋਵੇ। ਜੇਕਰ ਲੋਕ ਤੰਤਰ ਦੇ ਵਿੱਚ ਲੋਕ ਹੀ ਗੈਰ ਹਾਜ਼ਰ ਕਰ ਦਿੱਤੇ, ਤੁਸੀਂ ਡੰਡਾ ਤੰਤਰ ਹੀ ਉੱਥੇ ਲਾਗੂ ਕਰ ਦਿੱਤਾ, ਤੇ ਕੁਦਰਤੀ ਗੱਲ ਹੈ ਕਿ ਜਿਵੇਂ ਉਹ ਤੁਸੀਂ ਸਫੀਰ ਦੀ ਕਵਿਤਾ ਨਾ ਇੱਕ, ਕਿ ਤੰਗ ਆਏ ਹੋਏ ਫੁੱਲ, ਤੰਗ ਆਈਆਂ ਹੋਈਆਂ ਕਲੀਆਂ, ਲਾ ਦੇਣਗੇ ਮਾਲੀ ਦੀ ਦਸਤਾਰ ਕਿਸੇ ਦਿਨ। ਸੋ ਇਸ ਕਰਕੇ ਇਸ ਹੱਦ ਤੱਕ ਨਹੀਂ ਜਾਣਾ ਚਾਹੀਦਾ, ਖਾਸ ਕਰਕੇ ਗਵਰਨਮੈਂਟ ਆਫ ਇੰਡੀਆ ਦੇ ਕਰਿੰਦਿਆਂ ਨੂੰ, ਕਿ ਗੱਲ ਸੁਣਨੀ ਹੋਈ ਨਹੀਂ, ਆਪਣੀ ਜਿੱਤ ਤੇ ਅੜੇ ਰਹਿਣਾ। ਮਤਲਬ ਇਹੀ ਗੱਲ ਤੇ ਨਾ ਵੀ ਨਾਲੇ ਡਾਢਾ ਕੁੱਟੇ ਤੇ ਨਾਲੇ ਰੋਣ ਵੀ ਨਾ ਦੇਵੇ, ਉਹ ਹਾਲਤ ਹੋਈ ਪਈ ਇਸ ਵੇਲੇ। ਤਾਂ ਏਦਾਂ ਨਹੀਂ ਹੋਣਾ ਚਾਹੀਦਾ ਕਿ ਅਸੀਂ ਗੱਲ ਸੁਣਨੀ ਨਹੀਂ। ਇਹ ਵਰਤਾਰਾ ਅਲਟੀਮੇਟਲੀ ਆਟੋਕ੍ਰੇਸੀ ਵਾਲੇ ਪਾਸੇ ਨੂੰ ਜਾਂਦਾ, ਇਹ ਤਾਨਾਸ਼ਾਹੀ ਵਾਲੇ ਪਾਸੇ ਨੂੰ ਜਾਂਦਾ, ਜਿਹੜਾ ਇਸ ਮੁਲਕ ਵਾਸਤੇ ਕਦੇ ਵੀ ਕਿਸੇ ਦੀ ਵੀ ਤਾਨਾਸ਼ਾਹੀ ਨੂੰ ਮੁਲਕ ਨੇ ਪ੍ਰਵਾਨ ਨਹੀਂ ਕੀਤਾ। ਆਪਣੇ ਸਾਹਮਣੇ ਮਿਸਾਲਾਂ ਨੇ, ਐਮਰਜੈਂਸੀ ਦੇ ਵਿੱਚ ਤਾਨਾਸ਼ਾਹੀ ਜਿਸ ਕਿਸਮ ਦੀ ਇੰਦਰਾ ਗਾਂਧੀ ਨੇ ਕੀਤੀ ਸੀ, ਉਹਦਾ ਕੀ ਖਮਿਆਜ਼ਾ ਭੁਗਤੇ ਬਾਅਦ ਚ, ਕਿੱਥੋਂ ਤੱਕ ਪਹੁੰਚੀ ਨੌਬਤ। ਕੁਰਸੀ ਵੀ ਗਈ, ਉਦੋਂ ਬਾਅਦ ਚ ਹਾਲਾਤ ਵਿਗੜਦੇ ਵਿਗੜਦੇ ਇੱਥੋਂ ਤੱਕ ਵਿਗੜ ਗਏ ਕਿ ਅਲਟੀਮੇਟਲੀ ਉਹਨੂੰ ਜਾਨ ਤੋਂ ਹੱਥ ਧੋਣੇ ਪਏ। ਆਟੋਕ੍ਰੇਸੀ ਧਰਮ ਚ ਵੀ ਮਾੜੀ, ਸਿਆਸਤ ਚ ਵੀ ਮਾੜੀ, ਆਰਥਿਕਤਾ ਚ ਵੀ ਮਾੜੀ। ਇਸ ਕਰਕੇ ਉਸ ਆਟੋਕ੍ਰੇਸੀ ਤੋਂ ਬਚਣ ਦੀ ਲੋੜ ਹੈ, ਤਾਨਾਸ਼ਾਹੀ ਏਕਾਧਿਕਾਰ ਤੋਂ ਬਚਣ ਦੀ ਲੋੜ ਹੈ, ਤਾਂ ਕਿ ਹਰ ਬੰਦੇ ਨੂੰ ਤਾਕਤ ਮਿਲੇਗੀ। ਤਾਂ ਹੀ ਤੁਸੀਂ ਇਸ ਮੁਲਕ ਨੂੰ ਇੱਕ ਮੁਲਕ ਵਾਂਗ ਰੱਖ ਸਕਦੇ ਹੋ। ਜਿਹੜੀ ਸੂਬਿਆਂ ਦੀ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ, ਖੁਦ ਮੁਖਤਿਆਰੀ ਦੀ ਗੱਲ ਕਰਦੇ ਆ, ਉਹ ਇਹੀ ਹੈ ਕਿ ਹਰ ਸੂਬੇ ਨੂੰ ਆਪਣੇ ਤੰਤਰ ਨੂੰ ਚਲਾਉਣ ਦਾ ਅਧਿਕਾਰ ਹੋਵੇ। ਹਾਂ, ਉਹਨਾਂ ਨੂੰ ਨਿਗਾਹਬਾਨੀ ਜ਼ਰੂਰ ਰੱਖੇ ਕੇਂਦਰ ਸਰਕਾਰ, ਕਿ ਉਹ ਕਰਾਹੇ ਨਾ ਪੈ ਸਕਣ। ਤੇ ਗੁਰਭਜਨ ਜੀ, ਗੱਲ ਆਪਾਂ ਤੰਤਰ ਦੀ ਕਰ ਰਹੇ ਹਾਂ, ਸਰਕਾਰ ਦੀ ਕਰ ਰਹੇ ਹਾਂ। ਜਿਹੜੀ ਸਰਕਾਰ ਹੈ ਉਹ ਇਸ ਵੇਲੇ ਬਿਲਕੁਲ ਚੁੱਪ ਹੈ, ਡੈਡਲੌਕ ਕਿਸੇ ਪਾਸੋਂ ਨਹੀਂ ਟੁੱਟ ਰਿਹਾ। ਕਿਸਾਨ ਤਾਂ ਕਹਿ ਰਹੇ ਵੀ ਅਸੀਂ ਗੱਲਬਾਤ ਲਈ ਤਿਆਰ ਹਾਂ, ਸਰਕਾਰ ਕੋਈ ਸੱਦਾ ਹੀ ਨਹੀਂ ਭੇਜਦੀ ਪਈ। ਸਰਕਾਰ ਚੋਣਾਂ 'ਚ ਬਿਜ਼ੀ ਹੈ ਜਾਂ ਕੋਈ ਹੋਰ ਵਜ੍ਹਾ ਹੈ? ਉਹਦੀ ਵਜ੍ਹਾ ਤਾਂ ਇੱਕੋ ਹੀ ਹੈ ਜੀ, ਕਿ ਇੱਕ ਤਾਂ ਬੰਗਾਲ ਦੀਆਂ ਚੋਣਾਂ ਕਰਕੇ ਉਹ ਉਸ ਪਾਸੇ ਉਲਝੇ ਹੋਏ ਨੇ ਬੁਰੀ ਤਰ੍ਹਾਂ ਨਾਲ, ਕਿਉਂਕਿ ਜਿੱਥੇ ਜਾਂਦੇ ਨੇ ਜਾਂਦਿਆਂ ਨੂੰ ਉਹਨਾਂ ਦਾ ਵਿਰੋਧ ਕਰਨ ਵਾਲੇ ਪਹਿਲਾਂ ਬੈਠੇ ਹੁੰਦੇ ਆ ਉੱਥੇ। ਈਵਨ ਕਿਸਾਨ ਆਗੂ ਵੀ ਬੰਗਾਲ ਦੇ ਵਿੱਚ ਇੱਕ ਮੂਵਮੈਂਟ ਖੜੀ ਕਰਕੇ ਆਏ ਨੇ, ਆਮ ਆਦਮੀ ਨੇ ਕਹਿ ਕੇ ਆਏ ਨੇ ਕਿ ਵੋਟ ਜਿਹਨੂੰ ਮਰਜ਼ੀ ਪਾਓ, ਪਰ ਬੀਜੇਪੀ ਨੂੰ ਨਾ ਪਾਓ। ਹੁਣ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਇਸ਼ਾਰਾ ਹੈ ਕਿ ਜਿਸ ਕਿਸਮ ਦਾ ਪ੍ਰੋਟੈਸਟ ਅਸੀਂ ਕਰ ਰਹੇ ਹਾਂ, ਇਹ ਪ੍ਰੋਟੈਸਟ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ ਇਸ ਕਰਕੇ ਆ ਕਿ ਗਵਰਨਮੈਂਟ ਆਫ ਇੰਡੀਆ ਸਾਡੀ ਗੱਲ ਨਹੀਂ ਸੁਣ ਰਹੀ। ਸੋ ਗੱਲ ਸੁਣਨੀ ਚਾਹੀਦੀ ਹੈ ਤਾਂ ਕਿ ਇੱਥੋਂ ਤੱਕ ਨੌਬਤ ਹੀ ਨਾ ਆਵੇ। ਇਹੋ ਹਾਲਾਤ ਕੱਲ੍ਹ ਨੂੰ ਬਾਕੀ ਸੂਬਿਆਂ 'ਚ ਵੀ ਬਣਨੇ ਨੇ, ਯੂਪੀ 'ਚ ਵੀ ਬਣਨੇ ਨੇ, ਪੰਜਾਬ 'ਚ ਵੀ ਬਣਨੇ ਨੇ, ਈਵਨ ਹਰਿਆਣੇ 'ਚ ਤਾਂ ਬਣੇ ਬਣਾਏ ਹੀ ਨੇ ਹੁਣ ਇਸ ਵੇਲੇ। ਭਾਵੇਂ ਉੱਥੇ ਬੀਜੇਪੀ ਦੀ ਸਰਕਾਰ ਸਾਂਝੀ ਹੈਗੀ ਹੈ, ਪਰ ਉਹਨਾਂ ਨੂੰ ਵੀ ਲੋਕਾਂ ਨੇ ਪਿੰਡਾਂ 'ਚ ਵੜਨ ਤੋਂ ਇਨਕਾਰੀ ਹੋ ਗਏ ਨੇ ਲੋਕ। ਆ ਹੁਣ ਬੰਗਲਾਦੇਸ਼ ਗੁਆਂਢੀ ਦੇਸ਼ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਸਾਹਿਬ ਕੱਲ ਗਏ ਨੇ, ਉੱਥੇ ਜਿਸ ਕਿਸਮ ਦਾ ਵਿਰੋਧ ਹੋਇਆ ਫਾਰਮਿੰਗ ਸੈਕਟਰ ਵੱਲੋਂ ਹੋਇਆ, ਉਹ ਇਸ਼ਾਰਾ ਕਿਹੜੀ ਗੱਲ ਵੱਲ ਜਾਂਦਾ? ਇਸ਼ਾਰਾ ਇਸੇ ਗੱਲ ਵੱਲ ਜਾਂਦਾ ਕਿ ਦੁਨੀਆ ਭਰ ਦੇ ਕਿਸਾਨ ਇਸ ਗੱਲ ਤੇ ਇਕਮੁੱਠ ਹੋ ਗਏ ਨੇ ਕਿ ਅਸੀਂ ਕਾਰਪੋਰੇਟ ਘਰਾਣਿਆਂ ਦੀ ਸਰਦਾਰੀ ਨੂੰ ਪ੍ਰਵਾਨ ਨਹੀਂ ਕਰਨਾ। ਜੀ, ਤੇ ਵੈਸੇ ਪ੍ਰਧਾਨ ਮੰਤਰੀ ਦਾ ਉੱਥੇ ਵਿਰੋਧ ਹੋਣ ਦੀਆਂ ਖਬਰਾਂ ਤਾਂ ਹੈਗੀਆਂ, ਪਰ ਕਿਸੇ ਨੇ ਉਹਨੂੰ ਦਿਖਾਇਆ ਨਹੀਂ, ਉਹਨੂੰ ਛੁਪਾਇਆ ਗਿਆ, ਤੇ ਇਹ ਵੱਡੀ ਵਜ੍ਹਾ ਹੋ ਸਕਦੀ ਕਿਸੇ ਗੱਲ ਵੱਲ ਇਸ਼ਾਰਾ? ਨਹੀਂ, ਉਹਦੇ 'ਚ ਦੋ ਤਿੰਨ ਗੱਲਾਂ ਇੱਕ ਗੱਲ ਕਦੇ ਨਹੀਂ ਵਿਸਾਰਨੀਆਂ ਚਾਹੀਦੀਆਂ ਕਿ ਜਿਹੜਾ ਕੰਟਰੋਲਡ ਮੀਡੀਆ, ਖਾਸ ਕਰਕੇ ਉਹ ਕੰਟਰੋਲਡ ਮੀਡੀਆ ਆਪਣੇ ਮੁਲਕ ਦਾ ਵੀ ਜਿਹੜਾ ਨਾਲ ਟੀਮ ਗਈ ਹੁੰਦੀ ਹੈ, ਉਹ ਕੁਛ ਦਿਖਾਵੇਗਾ ਜੋ ਗਵਰਨਮੈਂਟ ਆਫ ਇੰਡੀਆ ਨੂੰ ਪੁੱਗਦਾ। ਬਾਕੀ ਘਟਨਾ ਕਿੰਨੀ ਕੁ ਬਣੀ ਹੈ, ਕਿੰਨੀ ਕੁ ਵਾਪਰੀ ਹੈ, ਉਹਦੇ ਬਾਅਦ 'ਚ ਉਸ ਦਾ ਵਿਸਥਾਰ ਕਿੰਨਾ ਕੁ ਹੈ, ਇਹਦੇ ਬਾਰੇ ਬੰਗਲਾਦੇਸ਼ ਦੇ ਅਖਬਾਰ ਮੈਗਜ਼ੀਨ ਤਾਂ ਜਾਂ ਟੀਵੀ ਚੈਨਲ ਤਾਂ ਦਿਖਾ ਸਕਦੇ ਸੀ ਨਾ। ਜੇ ਉਹਨਾਂ ਨੇ ਦਿਖਾਇਆ ਤਾਂ ਹੋ ਸਕਦਾ ਆਊਟ ਆਫ ਪ੍ਰਪੋਰਸ਼ਨ ਕਹਿ ਕੇ ਗੱਲ ਨੂੰ ਵਿਸਥਾਰਿਆ ਗਿਆ ਹੋਵੇ, ਕਿ ਦੱਸਿਆ ਗਿਆ ਹੋਵੇ, ਗੱਲ ਉਨੀ ਵੱਡੀ ਨਾ ਹੋਵੇ ਜਿੱਡੀ ਵੱਡੀ
ਸਾਡੇ ਇੰਡੀਅਨ ਮੀਡੀਆ ਦੇ ਵਿੱਚ ਜਿਹੜਾ ਵਿਰੋਧੀ ਧਿਰਾਂ ਦਾ ਮੀਡੀਆ, ਉਹਨਾਂ ਨੇ ਉਛਾਲਿਆ ਉਸ ਗੱਲ ਨੂੰ। ਸ਼ਾਇਦ ਓਡੀ ਵੱਡੀ ਗੱਲ ਹੋਵੇ ਵੀ ਨਾ, ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਜੀ। ਤੇ ਗੁਰਭਜਨ ਜੀ, ਹੁਣ ਕਿਸਾਨੀ ਮੁੱਦੇ ਤੋਂ ਹਟ ਕੇ ਦੂਜੇ ਮੁੱਦੇ ਵੱਲ ਆਈਏ, ਪਰ ਕਿਸੇ ਨਾ ਕਿਸੇ ਤਰ੍ਹਾਂ ਸਿਆਸਤ ਨਾਲ ਜੁੜਿਆ ਹੋਇਆ ਹੈ, ਜੁਰਮ ਦੀ ਦੁਨੀਆ ਦੇ ਨਾਲ ਜੁੜਿਆ ਹੋਇਆ ਹੈ, ਜਿਹੜਾ ਸਜ਼ਾ ਦੇ ਤੌਰ ਤੇ ਪੰਜਾਬ ਦੀ ਜੇਲ੍ਹ ਵਿੱਚ ਬੰਦ ਸੀ ਤੇ ਹੁਣ ਸੁਪਰੀਮ ਕੋਰਟ ਨੇ ਕੋਈ ਨਵਾਂ ਹੁਕਮ ਸੁਣਾਇਆ। ਉਹ ਹੁਕਮ ਕੇਸ ਬਾਰੇ ਹੈ ਤੇ ਕਿਵੇਂ ਦਾ ਮਾਮਲਾ ਹੈ ਸਾਰਾ? ਪਿਛਲੇ ਦਿਨਾਂ ਦੇ ਵਿੱਚ ਮੁਖਤਾਰ ਅੰਸਾਰੀ, ਜਿਹੜਾ 4 ਵਾਰ ਤਾਂ ਸ਼ਾਇਦ ਕਿ 5 ਵਾਰ ਵਿਧਾਇਕ ਰਿਹਾ ਯੂਪੀ ਦਾ, ਔਰ ਕ੍ਰਾਈਮ ਦੀ ਦੁਨੀਆ ਦਾ ਬੜਾ ਵੱਡਾ ਇੱਕ ਨਾਂ ਹੈ ਜੀ। ਖਾਨਦਾਨੀ ਤੌਰ ਦੇ ਉੱਤੇ ਬਹੁਤ ਵੱਡਾ ਸਿਆਸੀ ਪਰਿਵਾਰ ਸੀ। ਪਹਿਲਾਂ ਕਿਸੇ ਵਕਤ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਰਹੇ ਨੇ ਪਾਰਟੀਸ਼ਨ ਤੋਂ ਪਹਿਲਾਂ, ਇਹਨਾਂ ਦੇ ਦਾਦਾ ਜੀ। ਔਰ ਇਹ ਵੀ ਦੱਸਿਆ ਜਾਂਦਾ ਕਿ ਇਹਨਾਂ ਦੇ ਚਾਚਾ ਜੀ ਜਿਹੜੇ ਸੀ ਉਹ ਭਾਰਤ ਦੇ ਉਪ ਰਾਸ਼ਟਰਪਤੀ ਰਹੇ ਨੇ, ਹਾਮਿਦ ਅੰਸਾਰੀ ਸਾਹਿਬ, ਜਿਹੜੇ ਇੰਡੀਅਨ ਫਾਰਨ ਸਰਵਿਸ 'ਚ ਰਹੇ ਪਹਿਲਾਂ। ਇਹ ਵੀ ਦੱਸਿਆ ਜਾਂਦਾ ਕਿ ਇਹ ਚੋਣ 2017 'ਚ ਵੀ ਜਿੱਤ ਗਏ ਸੀ, ਪਰ ਇਹਨਾਂ ਦਾ ਰਿਜ਼ਲਟ ਜਿਹੜਾ ਸੀਗਾ ਉਹ ਨੋਟੀਫਾਈ ਨਹੀਂ ਕੀਤਾ ਗਿਆ ਕਿਉਂਕਿ ਕ੍ਰਾਈਮ ਦੇ ਵਿੱਚ ਮੁਜਰਮ ਦੇ ਰੂਪ ਦੇ ਵਿੱਚ ਜੇਲ੍ਹ 'ਚ ਨੇ। ਪਰ ਹਕੀਕਤਨ ਇਹ ਆ ਕਿ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਇਹ ਇੱਕ ਨਿੱਕੇ ਜਿਹੇ ਜੁਰਮ ਦੇ ਵਿੱਚ ਜਿਵੇਂ ਬਚਣ ਵਾਸਤੇ ਹੋਰ ਸੂਬਿਆਂ ਚਲੇ ਜਾਂਦੇ ਨੇ ਲੋਕ, ਕਿ ਉਹਨਾਂ ਨੂੰ ਖਤਰਾ ਹੁੰਦਾ ਕਿ ਉਸ ਸੂਬੇ ਦੇ ਵਿੱਚ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਨਾ ਬਣਾਤਾ ਜਾਵੇ ਜਿਸ ਜਾਂ ਜਾਨ ਤੋਂ ਹੱਥ ਧੋਣੇ ਪੈ ਜਾਣ। ਇਸ ਕਰਕੇ ਇਹ ਪੰਜਾਬ ਦੀ ਸੁਰੱਖਿਅਤ ਜ਼ੋਨ ਦੇ ਵਿੱਚ, ਭਾਵ ਰੋਪੜ ਦੀ ਜੇਲ੍ਹ ਦੇ ਵਿੱਚ ਇਸ ਵਕਤ ਬੰਦ ਨੇ। ਪਰ ਗਵਰਨਮੈਂਟ ਆਫ ਯੂਪੀ ਨੇ ਜਦੋਂ ਇਹ ਗੱਲਾਂ ਸੁਪਰੀਮ ਕੋਰਟ ਦੇ ਵਿੱਚ ਰਿਟਾਂ ਪਾਈਆਂ ਤਾਂ ਉਹਨਾਂ ਨੇ ਇਹ ਨਤੀਜਾ ਦਿੱਤਾ ਕੱਲ ਕਿ ਇਹ 2 ਹਫ਼ਤੇ ਦੇ ਵਿੱਚ ਇਹ ਯੂਪੀ ਗਵਰਨਮੈਂਟ ਨੂੰ, ਯੂਪੀ ਪੁਲਿਸ ਨੂੰ ਦੇਣਾ ਚਾਹੀਦਾ ਇਹ ਮੁਖਤਾਰ ਅੰਸਾਰੀ ਦਾ ਜਿਹੜਾ ਹਵਾਲਾ ਹੈ, ਤਾਂ ਕਿ ਮਤਲਬ ਉਹ ਆਪਣੇ ਹਿਸਾਬ ਨਾਲ ਆਪਣੇ ਕੇਸਿਸ ਦੇ ਵਿੱਚ ਫੈਸਲਾ ਕਰ ਸਕਣ। ਪਰ ਸਵਾਲ ਇਹ ਪੈਦਾ ਹੁੰਦਾ ਕਿ ਹਕੂਮਤਾਂ ਜਿਹੜੀਆਂ ਇਸ ਕਿਸਮ ਦੀਆਂ ਚੁਸਤ ਚਲਾਕੀਆਂ ਵਰਤਦੀਆਂ ਨੇ, ਇਹ ਟ੍ਰੈਡੀਸ਼ਨ ਕੋਈ ਨਵੀਂ ਨਹੀਂ ਹੈ, ਇਹ ਘਟਨਾ ਕੋਈ ਨਵੀਂ ਨਹੀਂ ਹੈ, ਬਹੁਤ ਪੁਰਾਣੀਆਂ ਟ੍ਰੈਡੀਸ਼ਨਸ ਵੀ ਸਾਡੇ ਕੋਲੇ ਸੈੱਟ ਨੇ। ਰਾਤ ਹੀ ਮੈਂ ਕਿਸੇ ਚੈਨਲ ਤੇ ਸੁਣ ਰਿਹਾ ਸਾਂ ਕਿ ਕਿਸੇ ਵਕਤ ਪੰਜਾਬ ਦੀ ਜਿਹੜੀ ਉਸ ਵਕਤ ਦੀ ਅਕਾਲੀ ਸਰਕਾਰ ਸੀ, ਉਹਨੇ ਇੱਕ ਇੰਡੀਅਨ ਆਇਲ ਦੇ ਜਿਹੜਾ ਚੇਅਰਮੈਨ ਸੀ, ਉਹਦੇ ਮਤਲਬ ਉਹਦੀ ਜਿਹੜੀ ਸੀ ਉਹਨੂੰ ਫਰੌਤੀ ਮੰਗੀ ਸੀ ਪੰਜਾਬ ਦੇ ਕਿਸੇ ਨੌਜਵਾਨ ਨੇ, ਔਰ ਉਸ ਨੂੰ ਉਥੋਂ ਮਤਲਬ ਇੱਥੇ ਲਿਆਂਦਾ ਗਿਆ ਸੀ ਪੰਜਾਬ ਦੀਆਂ ਜੇਲ੍ਹਾਂ 'ਚ, ਔਰ ਪੰਜਾਬ ਦੀ ਜੇਲ੍ਹਾਂ 'ਚ ਲਿਆ ਕੇ ਤੇ ਜਦੋਂ ਰੌਲਾ ਪੈ ਗਿਆ ਤੇ ਹਰਿਆਣੇ ਵਾਲਿਆਂ ਨੂੰ ਸਪੁਰਦ ਕਰ ਦਿੱਤਾ ਗਿਆ। ਹਰਿਆਣੇ ਵਾਲਿਆਂ ਨੇ ਝੂਠੇ ਸੱਚੇ ਕੇਸ ਦੇ ਵਿੱਚ ਕਾਲੇ ਕਿਸੇ ਛੋਟੇ ਮੋਟੇ ਪੈਟਰੋਲ ਪੰਪ ਦੀ ਲੁੱਟ ਖੋਹ ਦੇ ਮਾਮਲੇ 'ਚ ਕੇਸ ਰਜਿਸਟਰ ਕਰਕੇ ਉੱਥੇ ਸੁਰੱਖਿਅਤ ਕਰਤਾ। ਤੇ ਜਦੋਂ ਮੁੱਖ ਮੰਤਰੀ ਦੇ ਨਾਲ ਦੀ ਕੁਰਸੀ ਤੇ ਬਹਿ ਕੇ ਉਹ ਘਿਓ ਦੇ ਪੀਪੇ ਤੇ ਤੇਲ ਟੂਰਨਾਮੈਂਟ ਦੇ ਵੇਲਾ ਕਰਾ ਰਿਹਾ ਸੀ, ਰੌਲਾ ਫਿਰ ਪੈ ਗਿਆ ਵੀ ਇਹ ਜੇਲ੍ਹ ਤੋਂ ਆ ਕੇ ਤੇ ਇੱਥੇ ਵੇਲਾ ਕਿਵੇਂ ਕਰਾ ਰਿਹਾ। ਗੱਲ ਵੱਖਰੀ ਕਿ ਉਹ ਦੁਨੀਆ ਤੇ ਨਹੀਂ ਇਸ ਵਕਤ ਉਹ ਜਿਹੜਾ ਵੱਡਾ ਸਰਗਨਾ ਸੀ, ਪਰ ਕੁੱਲ ਬਣਾ ਕੇ ਇਸ ਕਿਸਮ ਦੀ ਜਿਹੜੀ ਕ੍ਰਾਈਮ ਦੀ ਪੋਲਿਟਿਕਸ ਨਾਲ, ਪੁਲਿਸ ਦੀ ਆਪਣੀ ਕਨਾਈਵੈਂਸ ਨਾਲ, ਸਹਿਮਤੀ ਨਾਲ ਇਸ ਕਿਸਮ ਦੀ ਰਵਾਇਤ ਬੜੀ ਪੁਰਾਣੀ ਹੈ, ਔਰ ਇਹ ਆਪਣੇ ਆਪ 'ਚ ਖਤਰਨਾਕ ਰੁਝਾਨ ਹੈ ਕਿ ਕਿਸੇ ਸੂਬੇ ਦੇ ਕ੍ਰਿਮੀਨਲ ਨੂੰ ਤੁਸੀਂ ਆਪਣੇ ਸੂਬੇ ਵਿੱਚ ਇੱਕ ਗੈਰ ਕਾਨੂੰਨੀ ਅਸਾਈਲਮ ਦੇ ਰਹੇ ਹੋ। ਇਹ ਵੀ ਦੱਸਿਆ ਜਾਂਦਾ ਕਿ ਮੁਖਤਾਰ ਅੰਸਾਰੀ ਦੀ ਜਿਹੜੀ ਸਰਪ੍ਰਸਤੀ ਸੀ, ਉਹ ਜਿਹੜੇ ਡੈਥ ਹੋ ਗਈ ਪਿੱਛੇ ਜੇ ਮਰ ਗਏ ਨੇ, ਆਪਣੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਬੜੇ ਸਮਰੱਥ ਇੰਦਰਾ ਗਾਂਧੀ ਦੇ ਵਿਸ਼ਵਾਸ ਪਾਤਰ ਸੀ, ਬਾਅਦ ਵਿੱਚ ਸੰਜੇ ਗਾਂਧੀ ਤੇ ਰਾਜੀਵ ਗਾਂਧੀ ਦੇ ਬੜੇ ਵਿਸ਼ਵਾਸ ਪਾਤਰ ਰਹੇ, ਮਿਸਟਰ ਅਹਿਮਦ ਪਟੇਲ, ਉਹਨਾਂ ਦੀ ਸਰਪ੍ਰਸਤੀ ਸੀ। ਸੱਚ ਕੀ ਝੂਠ ਕੀ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ, ਪਰ ਜੇ ਇਸ ਕਿਸਮ ਦੀਆਂ ਸਰਪ੍ਰਸਤੀਆਂ ਹੋਣਗੀਆਂ ਖਾਸ ਕਰ ਕ੍ਰਿਮੀਨਲਸ ਨੂੰ, ਤਾਂ ਕੁਦਰਤੀ ਗੱਲ ਹੈ ਕ੍ਰਾਈਮ ਨੂੰ ਨੱਥ ਪਾਉਣੀ ਏਡੀ ਸੌਖੀ ਗੱਲ ਨਹੀਂ ਹੋਏਗੀ। ਤੇ ਗੁਰਭਜਨ ਜੀ, ਜਿਸ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਗੈਂਗਸਟਰ ਵੀ, ਬਹੁਤ ਸਾਰੇ ਜੁਰਮਾਂ 'ਚ ਉਹਦਾ ਨਾਮ ਹੀ ਹੈ, ਪਰ ਫਿਰ ਵੀ ਉਹ ਚੋਣਾਂ 'ਚ ਖੜਾ ਹੋ ਜਾਂਦਾ ਹੈ। ਆਮ ਲੋਕ ਕਿਉਂ ਨਹੀਂ ਸਮਝ ਪਾਉਂਦੇ ਕਿ ਗਲਤ ਬੰਦੇ ਨੂੰ ਅਸੀਂ ਵੋਟ ਨਹੀਂ ਪਾਉਣੀ? ਜਦੋਂ ਮੁਕਾਬਲਾ ਹੀ ਹੋਵੇ ਬੇਟੇ ਬਾਹੂਬਲੀਆਂ ਦਾ, ਤੇ ਆਮ ਬੰਦੇ ਦੀ ਚॉइस ਕਿੱਥੇ ਰਹਿ ਜਾਂਦੀ ਹੈ? ਜਾਂ ਤਾਂ ਹੋਵੇ ਨਾ ਕਿ ਘੱਟੋ ਘੱਟ ਕੋਟਾ ਹੋਵੇ ਕਿ ਇੰਨੀ ਵੋਟ ਲੈਣ ਦੇ ਬਾਵਜੂਦ ਦੇ ਕਾਰਨ ਹੀ ਬੰਦਾ ਜਿੱਤ ਸਕੇਗਾ। ਜੇ ਇਨ ਕੇਸ 2 ਹੀ ਬਾਹੂਬਲੀ ਨੇ, ਮੁਕਾਬਲੇ ਬਾਹੂਬਲੀਆਂ ਦੇ ਵਿਚਕਾਰ ਆ, ਤੇ ਵੋਟਾਂ ਵੀ ਫਰਜ਼ ਕੀਤਾ 50% ਪੈਂਦੀਆਂ ਨੇ, 25% ਪੈਂਦੀਆਂ ਨੇ, ਜਾਂ 30-35% ਪੈਂਦੀਆਂ ਨੇ, ਉਹਦੇ ਵਿੱਚੋਂ ਇੱਕ ਬੰਦਾ ਜਿਹੜਾ 22-23% ਲੈ ਕੇ ਜਿੱਤ ਜਾਂਦਾ, ਤੇ ਕੀ ਕਰੋਗੇ ਤੁਸੀਂ? ਕਾਨੂੰਨ ਤੇ ਅਲਾਉ ਕਰਦਾ ਉਹਨੂੰ? ਜਿੰਨਾ ਚਿਰ ਉਸ ਨੂੰ ਸਜ਼ਾ ਨਹੀਂ ਹੁੰਦੀ, ਜਿੰਨਾ ਚਿਰ ਉਹਨਾਂ ਚਿਰ ਮੁਜਰਮ ਅਜੇ ਅੰਡਰ ਟਰਾਇਲ ਆ, ਉਹਨਾਂ ਚਿਰ ਉਹ ਚੋਣ ਲੜ ਸਕਦਾ। ਇਹੋ ਜਿਹਾ ਪਾਰਲੀਮੈਂਟ ਦੇ ਵਿੱਚ ਘੱਟੋ ਘੱਟ 100-125 ਬੰਦਾ ਬੈਠਾ, ਸੂਬੇ ਦੀਆਂ ਅਸੈਂਬਲੀਆਂ 'ਚ ਬੈਠਾ ਇਹੋ ਜਿਹਾ ਬੰਦਾ। ਤੇ ਗੁਰਭਜਨ ਜੀ, ਅੰਸਾਰੀ ਤੋਂ ਬਾਅਦ ਆਈਏ ਇਲੈਕਸ਼ਨ ਤੇ, ਚੋਣਾਂ ਦੀ ਗੱਲ ਹੋ ਰਹੀ ਹੈ, ਤੇ ਬੰਗਾਲ ਦੇ ਵਿੱਚ ਅੱਜ ਪਹਿਲੇ ਪੜਾਅ ਦੀਆਂ ਚੋਣਾਂ ਪੈ ਰਹੀਆਂ ਨੇ, ਜ਼ੋਰ ਪੂਰਾ ਲੱਗਿਆ ਹੋਇਆ ਹੈ। ਹੋਕਾ ਇਹੀ ਹੈ ਕਿ ਸਾਰੇ ਵੋਟ ਪਾਇਓ ਤੇ ਭਰਵੀਂ ਵੋਟ ਪਾਇਓ, ਇੱਕ ਮਤ ਨਾਲ ਹੋ ਕੇ ਕਿਸੇ ਨੂੰ ਜਿਤਾਇਓ। ਕੀ ਕਹੋਗੇ ਇਸ ਬਾਰੇ? ਬੰਗਾਲ ਦੇ ਵਿੱਚ ਜਿਸ ਕਿਸਮ ਦੀ ਰੱਸਾਕਸ਼ੀ ਚੱਲ ਰਹੀ ਹੈ, ਉਹ
ਕੋਈ ਚੰਗੇ ਰੁਝਾਨ ਨਹੀਂ ਹੈਗੇ, ਖਾਸ ਕਰਕੇ ਜਿਹੜੀਆਂ ਅਗਾਂਹ ਵਧੂ ਪੋਲੀਟੀਕਲ ਪਾਰਟੀਆਂ ਨੇ, ਲੈਫਟਿਸਟ ਪਾਰਟੀ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ ਕਮਿਊਨਿਸਟ ਪਾਰਟੀਆਂ, ਜਿਹਦੇ 'ਚ ਸਾਡੀ ਮਾਰਕਸਿਸਟ ਕਮਿਊਨਿਸਟ ਪਾਰਟੀ ਆਉਂਦੀ ਹੈ, CPI ਆਉਂਦੀ ਹੈ, ਪਲੱਸ ਕਾਂਗਰਸ ਉਹਨਾਂ ਦੇ ਸਮਰਥਨ ਦੇ ਨਾਲ ਚੋਣ ਲੜ ਰਹੀ ਹੈ, ਦੂਸਰੇ ਪਾਸੇ ਮਮਤਾ ਬੈਨਰਜੀ ਦਾ ਫਰੰਟ ਹੈ, ਔਰ ਤੀਸਰੇ ਪਾਸੇ ਭਾਰਤੀ ਜਨਤਾ ਪਾਰਟੀ ਚੋਣ ਲੜ ਰਹੀ ਹੈ। ਇਹ ਸਾਰਾ ਕੁਝ ਜਿਹੜਾ ਹੈਗਾ ਕੁੱਲ ਮਿਲਾ ਕੇ ਇਹੀ ਕਹਾਣੀ ਬਣਦੀ ਹੈ ਕਿ ਇਹ ਸਾਰੇ ਜਿਹੜੇ ਨੇ ਇਹ ਆਪਸ ਦੇ ਵਿੱਚ ਰੱਸਾਕਸ਼ੀ ਕਰ ਰਹੇ ਨੇ, ਖਾਸ ਕਰਕੇ ਸੱਤਾ ਹਥਿਆਉਣ ਦੀ ਲੜਾਈ ਲੜ ਰਹੇ ਨੇ, ਨਾ ਕਿ ਲੋਕ ਨਿਜ਼ਾਮ ਨੂੰ ਉਸਾਰਨ ਦੀ ਲੜਾਈ ਲੜ ਰਹੇ ਨੇ। ਮੈਂ ਕੋਈ ਲਗਭਗ 7-8 ਵਾਰ ਕਲਕੱਤੇ ਤੇ ਉਹਦੇ ਆਲੇ ਦੁਆਲੇ ਜਾ ਕੇ ਵੇਖਿਆ ਕਿ ਉਸ ਸੂਬੇ ਦੀ ਖੇਤੀਬਾੜੀ ਦਾ ਹਾਲ ਇਹ ਆ ਕਿ ਅਜੇ ਤੱਕ ਪੂਰੇ ਬੰਗਾਲ ਦੀ 70-72 ਸਾਲ ਦੇ ਵਿੱਚ, 75 ਸਾਲ ਦੇ ਵਿੱਚ ਅਜੇ ਤੱਕ ਕੰਸੋਲੀਡੇਸ਼ਨ ਨਹੀਂ ਹੋ ਸਕੀ। ਜਿਹੜੀ ਜ਼ਮੀਨ ਦੀ ਚੱਕਬੰਦੀ ਉਹ ਵੀ ਨਹੀਂ ਹੋਈ ਤੇ ਸੋ ਕੋਈ 2 ਮਰਲਿਆਂ ਦਾ ਖੇਤ ਹੈ, ਕੋਈ 5 ਮਰਲਿਆਂ ਦਾ ਖੇਤ ਹੈ, ਕੋਈ ਅੱਧੇ ਏਕੜ ਦਾ ਖੇਤ ਹੈ, ਤੇ ਉਹ ਖਿੱਲਰਵੀਂ ਖੇਤੀ ਜਿਹੜੀ ਹੈਗੀ ਉਹ ਵਿਕਾਸ ਦਾ ਪਹਿਲਾ ਮਾਡਲ ਹੁੰਦਾ ਸਾਡਾ ਕਿ ਸਾਡੀ ਖੇਤੀ ਜਿਹੜੀ ਹੈਗੀ ਉਹ ਕੰਸੋਲੀਡੇਟਡ ਹੈ ਕਿ ਨਹੀਂ ਹੈ। ਸੋ ਇਹ ਕੁੱਲ ਮਿਲਾ ਕੇ ਲੋਕਾਂ ਨੂੰ ਗਵਰਨੈਂਸ ਪ੍ਰੋਪਰ ਦੇਣ ਦੇ ਕੋਈ ਢੰਗ ਤਰੀਕੇ ਜੇ ਵੀ ਕਿਸੇ ਨੇ ਵਿਕਸਿਤ ਕੀਤੇ, ਸਿਰਫ ਇਹ ਆ ਕਿ ਰਾਜ ਸੱਤਾ ਦੇ ਕਾਬਜ ਹੋਣ ਦੀਆਂ ਲੜਾਈਆਂ ਨੇ। ਬਾਕੀ ਇਹ ਆ ਕਿ ਜਿਹੜੇ ਬੰਗਾਲ ਦੇ ਵਿੱਚ ਇਸ ਵੇਲੇ ਜਿਹੜੀ ਹੋਈ ਹੈ ਪੋਲਰਾਈਜੇਸ਼ਨ, ਉਹਦੇ ਵਿੱਚ ਮਮਤਾ ਬੈਨਰਜੀ ਦੇ ਨਾਲ ਲੋਕਾਂ ਦੀ ਹਮਦਰਦੀ ਇਸ ਕਰਕੇ ਵੀ ਕਾਫੀ ਵੱਧ ਗਈ ਹੈ, ਕਿਉਂਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਗੁੰਡਾਤੰਤਰ ਨੇ ਉੱਥੇ ਖਾਸ ਕਰਕੇ ਜਿਹੜੀ ਅੱਤ ਕੀਤੀ ਹੈ, ਖਾਸ ਕਰਕੇ ਜਿਹੜੇ ਮਮਤਾ ਬੈਨਰਜੀ ਦੇ ਕੋਲੋਂ ਭੱਜ ਕੇ ਗਏ ਲੋਕ ਨੇ, ਉਹਦੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਮੰਗਵੇਂ, ਜਿਹਨੂੰ ਯਸ਼ਵੰਤ ਸਿਨਹਾ ਨੇ ਕਿਹਾ ਕਿ ਮੰਗਵੀਂ ਜਨਤਾ ਪਾਰਟੀ ਹੈ, ਇਹ ਭਾਰਤੀ ਜਨਤਾ ਪਾਰਟੀ ਨਹੀਂ ਹੈ। ਸੋ ਇਸ ਕਰਕੇ ਉਹਨਾਂ ਲੋਕਾਂ ਜਿਹੜੇ ਮਗਵਾ ਤੰਤਰ ਵਾਲੇ ਜਿਹੜੇ ਲੋਕ ਨੇ, ਉਹਨਾਂ ਨੇ ਜਿਹੜੀ ਅੱਤ ਕੀਤੀ ਉੱਥੇ ਜਾ ਕੇ, ਖਾਸ ਕਰਕੇ ਕਾਡਰ ਤੇ, ਜਿਵੇਂ ਕਿਸੇ ਵਕਤ ਮਮਤਾ ਬੈਨਰਜੀ ਦੇ ਬੰਦਿਆਂ ਨੇ CPM ਤੇ ਕੀਤੀ ਸੀ, ਕਤਲੋਗਾਰਤ ਕੀਤੀ ਸੀ, ਉਸ ਕਿਸਮ ਦਾ ਹੀ ਧੱਕਾ ਇਸ ਵਕਤ ਭਾਰਤੀ ਜਨਤਾ ਪਾਰਟੀ ਮਮਤਾ ਬੈਨਰਜੀ ਦੇ ਕਾਡਰ ਤੇ ਕਰ ਰਹੀ ਹੈ। ਔਰ ਟਕਰਾਓ ਦੇ ਵਿੱਚੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਕਲੇਗਾ ਨਹੀਂ ਨਿਕਲੇਗਾ ਕੁਝ ਕਹਿ ਨਹੀਂ ਸਕਦੇ। ਅੱਜ ਪਹਿਲੇ ਗੇੜ ਦੀਆਂ ਚੋਣਾਂ ਵੀ ਇਸ ਦਾ ਇੱਕ ਟ੍ਰੈਂਡ ਸੈੱਟ ਕਰਨਗੀਆਂ ਜੀ। ਤੇ ਗੁਰਭਜਨ ਗਿੱਲ ਜੀ, ਬਾਕੀ ਗੱਲਾਂ ਆਪਾਂ ਬਾਤਾਂ ਕਰਾਂਗੇ, ਪਰ ਬ੍ਰੇਕ ਲੈ ਲੈਂਦੇ ਹਾਂ। ਮਿਹਰਬਾਨੀ। ਬ੍ਰੇਕ ਤੋਂ ਬਾਅਦ ਵਕਤਨਾਮਾ ਵਿਦ ਗੁਰਭਜਨ ਸਿੰਘ ਗਿੱਲ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਗੁਰਭਜਨ ਜੀ, ਅਗਲੀ ਗੱਲ ਕਰੀਏ ਤੇ ਮਿਸ਼ਨ 2022 ਦੀ ਚਰਚਾ ਅਸੀਂ ਕਰ ਰਹੇ ਹਾਂ। ਮਿਸ਼ਨ ਹਾਲੇ ਦੂਰ ਹੈ ਕਿ ਨੇੜੇ, ਇਹਦੇ ਬਾਰੇ ਤੁਸੀਂ ਦੱਸੋ। ਮਿਸ਼ਨ 2022 ਦਾ ਅਰਥ ਮੈਨੂੰ ਲੱਗਦਾ ਪਰਮਿੰਦਰ ਜੀ ਇਹੀ ਤੁਸੀਂ ਸਮਝਦੇ ਹੋ ਕਿ ਜਿਹੜੀਆਂ ਚੋਣਾਂ 2022 ਚ ਆ ਰਹੀਆਂ ਨੇ, ਉਦੋਂ ਪੰਜਾਬ ਦਾ ਸੂਰਤ ਹਾਲ ਕੀ ਹੋਏਗਾ, ਇਹੀ ਹੈ ਨਾ। ਜੀ ਜੀ ਬਿਲਕੁਲ। ਮੈਂ ਤਾਂ ਇਹੀ ਗੱਲ ਕਵਾਂਗਾ ਕਿ ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਨੇ, ਖਾਸ ਕਰਕੇ 3 ਮੁੱਖ ਪਾਰਟੀਆਂ ਗਿਣੀਆਂ ਜਾਂਦੀਆਂ ਨੇ ਹੁਣ ਤੱਕ ਤਾਂ, ਜਿਹਦੇ ਚ ਸ਼੍ਰੋਮਣੀ ਅਕਾਲੀ ਦਲ ਆਉਂਦਾ ਹੈ, ਕਾਂਗਰਸ ਆਉਂਦੀ ਹੈ, ਭਾਰਤੀ ਜਨਤਾ ਪਾਰਟੀ ਆਉਂਦੀ ਹੈ ਤੇ ਆਮ ਆਦਮੀ ਪਾਰਟੀ ਆਉਂਦੀ। 4 ਮੁੱਖ ਪਾਰਟੀਆਂ ਗਿਣੀਆਂ ਜਾ ਸਕਦੀਆਂ ਨੇ ਜਿਹੜੀਆਂ ਹੁਣ ਤੱਕ ਸੱਤਾ ਤੇ ਆਸੀਨ ਰਹੀਆਂ ਨੇ। ਉਸ ਤੋਂ ਬਾਅਦ ਫਿਰ ਜਿਹੜੀਆਂ ਕੁਝ ਨਵੀਆਂ ਉੱਭਰੀਆਂ ਸ਼ਕਤੀਆਂ ਨੇ, ਜਿਹਦੇ ਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਹੈ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੈ, ਇਹ ਨਿੱਕੇ ਨਿੱਕੇ ਸੈਗਮੈਂਟ ਨੇ, ਇਹ ਜੁੜ ਕੇ ਵੱਡਾ ਜੁਜ਼ ਵੀ ਬਣ ਸਕਦੇ ਨੇ। ਇਹ ਤੋਂ ਬਿਨਾਂ ਕੋਈ ਹੋਰ ਵੀ ਧਿਰ ਉੱਭਰ ਕੇ ਸਾਹਮਣੇ ਆ ਸਕਦੀ ਹੈ। ਅੱਛਾ, ਜਿਹੜੀਆਂ ਪੰਜਾਬ ਦੀਆਂ ਰਵਾਇਤੀ 47 ਤੋਂ ਬਾਅਦ ਲਗਾਤਾਰ ਸੱਤਾ ਦੇ ਵਾਸਤੇ ਵਿਆਕੁਲ ਰਹੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਸਾਡੇ ਸਤਿਕਾਰਯੋਗ ਕਮਿਊਨਿਸਟ ਆਗੂ ਨੇ, ਉਹਨਾਂ ਨੇ ਕਿਸੇ ਵਕਤ ਅਕਾਲੀ ਦਲ ਨਾਲ ਰਲ ਕੇ, ਕਦੇ ਕਾਂਗਰਸ ਨਾਲ ਰਲ ਕੇ ਸੱਤਾ ਦੇ ਪਾਰਟਿਸਿਪੇਸ਼ਨ ਤਾਂ ਲੈ ਲਈ, ਪਰ ਅੱਜ ਜੇ ਇੰਡੀਪੈਂਡੈਂਟਲੀ ਕਹੀਏ ਕਿ ਉਹਨਾਂ ਦੀ ਕੋਈ ਹਸਤੀ ਅੱਜ ਵਿਜ਼ੀਬਲ ਹੈ, ਸ਼ਾਇਦ ਉਹ ਉਨੀ ਮਾਰਕੇ ਵਾਲੀ ਨਹੀਂ ਹੈਗੀ ਜਿਸ ਕਿਸਮ ਦੀ ਰਿਮਾਰਕੇਬਲ ਹੋਣੀ ਚਾਹੀਦੀ ਸੀ। ਕਿਉਂਕਿ 75 ਸਾਲ ਬੀਤਣ ਦੇ ਬਾਅਦ ਵੀ ਜੇ ਅੱਜ ਫਰਜ਼ ਕੀਤਾ ਉਹ ਕਿਸੇ ਦੇ ਆਸਰੇ ਹੀ ਵੇਲ ਵਾਂਗੂ ਵੱਧਦੇ ਨੇ, ਤਾਂ ਇਹਦਾ ਮਤਲਬ ਹੈ ਕਿ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਆਪਣੀ ਹਸਤੀ ਨੂੰ ਅਜੇ ਤੱਕ ਐਸਟੈਬਲਿਸ਼ ਨਹੀਂ ਕੀਤਾ। ਹੁਣ ਜਿਹੜੀ ਗੱਲ ਸ਼ਖਸੀਅਤ ਬਾਰੇ ਤੁਸੀਂ ਗੁਰਭਜਨ ਜੀ, ਸੌਰੀ ਮਾਫੀ ਚਾਹੁੰਦੇ ਆ ਤੁਹਾਨੂੰ ਰੋਕ ਟੋਕ ਰਹੇ, ਜਿਸ ਸ਼ਖਸੀਅਤ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਜੇ ਉਹਨਾਂ ਦਾ ਨਾਮ ਦੱਸੋ ਤੇ ਸੁਣਨ ਵਾਲਿਆਂ ਨੂੰ ਲੱਗਦਾ ਹੈ ਜਾਣਕਾਰੀ 'ਚ ਵਾਧਾ ਹੋ ਜਾਏਗਾ। ਮੈਂ ਸ਼ਖਸੀਅਤ ਬਾਰੇ ਗੱਲ ਨਹੀਂ ਕਰ ਰਿਹਾ, ਮੈਂ ਕਮਿਊਨਿਸਟ ਪਾਰਟੀਆਂ ਬਾਰੇ ਗੱਲ ਕਰ ਰਿਹਾ ਜੀ। ਕਮਿਊਨਿਸਟ ਪਾਰਟੀਆਂ ਨੇ ਆਪਣੀ ਹਸਤੀ ਐਸਟੈਬਲਿਸ਼ ਉਸ ਅੰਦਾਜ਼ 'ਚ ਨਹੀਂ ਕੀਤੀ ਕਿ ਜਿਹੜੀ ਮਤਲਬ ਇੰਡੀਪੈਂਡੈਂਟ ਆਜ਼ਾਦ ਰੂਪ ਦੇ ਵਿੱਚ ਜਾਂ ਇਕੱਠੇ ਹੋ ਕੇ CPM CPI ਤੇ ਤੁਹਾਡੀਆਂ ਜਿਹੜੀਆਂ ਮਾਰਕਸਿਸਟ ਕਮਿਊਨਿਸਟ ਪਾਰਟੀ ਪਲੱਸ ਜਿਹੜੀਆਂ ਨਕਸਲਵਾੜੀ ਫੈਕਸ਼ਨਸ ਨੇ, ਉਹ ਰਲ ਕੇ ਇੱਕ ਮੁੱਠਤਾ ਨਾਲ ਜੇ ਆਪਸ 'ਚ ਲੜਾਈ ਅੱਜ ਵੀ ਦੇ ਸਕਣ ਤਾਂ ਉਹ ਵਿਜ਼ੀਬਲ ਦਿਸਦਾ ਨਹੀਂ ਕਿਤੇ ਕਿਸੇ ਪਾਸੇ। ਮੈਂ ਇਹ ਗੱਲ ਕਰ ਰਿਹਾ, ਵਿਅਕਤੀ ਦਾ ਮਸਲਾ ਨਹੀਂ, ਇਹ ਉਸ ਪੋਲੀਟੀਕਲ ਸਿਸਟਮ ਦੀ ਗੱਲ ਕਰਦਾ, ਜਿਹੜੇ ਪੋਲੀਟੀਕਲ ਸਿਸਟਮ 'ਚ ਇੱਕ ਰੈੱਡ ਜਿਹਨੂੰ ਜ਼ੋਨ ਕਹਿ ਦਿੰਦੇ ਆ, ਉਹ ਆਪਸ ਵਿੱਚ ਕੰਸੋਲੀਡੇਟਡ ਜਾਂ ਇਕੱਠਾ ਸੰਗ੍ਰਹਿਤ ਨਹੀਂ ਹੈਗਾ। ਅੱਛਾ, ਦੂਸਰੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਲੰਮੀ ਲੜਾਈ
ਜਿਹੜੀ ਲਗਭਗ 6 ਮਹੀਨੇ ਤੋਂ ਚੱਲ ਰਹੀ ਹੈ, ਉਸ ਦੇ ਵਿੱਚ ਵੀ 32 ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਨੇ ਉਹ ਉਹਨੂੰ ਅਗਵਾਈ ਦੇ ਰਹੀਆਂ ਨੇ। ਅੱਛਾ, ਲੋਕਾਂ ਨੂੰ ਆਸ ਉਮੀਦ ਇਹ ਵੀ ਵੱਜੀ ਹੋਈ ਹੈ ਦੁਖਵੇਂ ਰੂਪ ਦੇ ਵਿੱਚ ਕਿ ਜੇਕਰ ਇਹ ਇੱਕ ਪੋਲੀਟੀਕਲ ਪਾਰਟੀ ਬਣ ਕੇ ਉੱਭਰ ਕੇ ਸਾਹਮਣੇ ਆਉਂਦੇ ਨੇ ਤਾਂ ਸ਼ਾਇਦ ਇਹ ਵੱਡਾ ਡੈਂਟ ਪਾ ਸਕਦੇ ਨੇ, ਟ੍ਰੈਡੀਸ਼ਨਲ ਪਾਰਟੀਆਂ ਨੂੰ ਖਤਰੇ 'ਚ ਪਾ ਸਕਦੇ ਨੇ। ਪਰ ਬਾਰ-ਬਾਰ ਉਹਨਾਂ ਕਿਸਾਨ ਆਗੂਆਂ ਦਾ ਇਹ ਕਹਿਣਾ ਕਿ ਅਸੀਂ ਚੋਣਾਂ ਦੇ ਪ੍ਰੋਸੈਸ 'ਚ ਨਹੀਂ ਪੈਣਾ, ਇਹ ਗੱਲ ਆਪਣੇ ਆਪ ਦੇ ਸਪਸ਼ਟ ਨਹੀਂ ਹੋ ਰਹੀ ਕਿ ਜੇ ਚੋਣਾਂ ਦੇ ਪ੍ਰੋਸੈਸ 'ਚ ਨਹੀਂ ਪੈਣਾ ਤਾਂ ਕੀ ਅਰਜ਼ੀਆਂ ਲਿਖਣ ਵਾਲੇ ਪ੍ਰੋਸੈਸ 'ਚ ਹਮੇਸ਼ਾ ਪਏ ਰਹਿਣਾ ਕਿ ਫੈਸਲੇ ਤੁਹਾਡੇ ਕੋਲ ਹੋਰ ਬੰਦਾ ਕਰੇ ਤੇ ਤੁਸੀਂ ਤਾਕਤ ਆਪਣੇ ਨੂੰ ਕੰਸੋਲੀਡੇਟ ਨਹੀਂ ਕਰੋਗੇ ਤੇ ਕੌਣ ਕਰੇਗਾ। ਪਰ ਕਿਉਂਕਿ ਉਹਦੇ ਵਿੱਚ ਖਿਲਾਰਾ ਬਹੁਤਾ ਪੈਣ ਦੀਆਂ ਸੰਭਾਵਨਾਵਾਂ ਨੇ, ਇਸ ਕਰਕੇ ਉਹਨਾਂ ਦਾ ਸਟੈਂਡ ਇਹੀ ਕਹਿਣ ਲੈਣਾ ਬਣਦਾ ਹੈ ਜਿਹੜਾ ਉਹ ਲੈ ਰਹੇ ਨੇ ਕਿ ਅਸੀਂ ਪੋਲੀਟੀਕਲ ਸਿਸਟਮ ਦਾ ਹਿੱਸਾ ਨੰਗੇ ਚਿੱਟੇ ਰੂਪ ਦੇ ਵਿੱਚ ਨਹੀਂ ਬਣਨਾ। ਅੱਛਾ, ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜਿਹੜੀ ਯੁਵਕ ਸ਼ਕਤੀ, ਜਿਹੜੀ ਯੂਥ ਪਾਵਰ ਜਿਹੜੀ ਡਿਵੈਲਪ ਹੋ ਰਹੀ ਹੈ, ਐਮਰਜ ਹੋ ਰਹੀ ਹੈ, ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਵਾਸਤੇ ਇੱਕ ਖਤਰਾ ਬਣੀ ਹੋਈ ਹੈ। ਉਹ ਯੂਥ ਪਾਵਰ ਸਿਰਫ ਰਵਾਇਤੀ ਪਾਰਟੀਆਂ ਦੇ ਵਿੱਚ ਬਹੁਤੀ ਨਹੀਂ ਵਿਜ਼ੀਬਲ ਹੈਗੀ, ਨਾ ਕਾਂਗਰਸ ਦਿਸ ਰਹੀ ਹੈ, ਨਾ ਅਕਾਲੀ ਦਲ 'ਚ ਦਿਸ ਰਹੀ ਹੈ। ਉਹ ਵਿਜ਼ੀਬਲ ਜੇ ਹੈਗੀ ਹੈ ਤਾਂ ਆਮ ਆਦਮੀ ਪਾਰਟੀ 'ਚ ਹੈਗੀ ਹੈ। ਉਹ ਵਿਜ਼ੀਬਲ ਹੈਗੀ ਹੈ ਤਾਂ ਉਹ ਤੁਹਾਡੇ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਕੁਝ ਸ਼ਾਮਲ ਲੋਕ ਨੇ, ਜਿਹਦੇ 'ਚ ਦੀਪ ਸਿੱਧੂ ਹੈ, ਲੱਖਾ ਸਿਧਾਣਾ ਆ, ਜਾਂ ਉਹਦੀ ਸਪੋਰਟ 'ਚ ਆਏ ਹੋਏ ਲੋਕ ਨੇ, ਉਹ ਵਿਜ਼ੀਬਲ ਨੇ। ਕਿਉਂਕਿ ਜੇ ਉਹ ਵਿਜ਼ੀਬਲ ਨਾ ਹੁੰਦਾ ਤਾਂ ਸ਼ਾਇਦ ਉਹ ਜਿਹੜਾ ਮੁਹਾਰ ਗਿਆ ਉਧਰ ਨੂੰ, ਭਾਵੇਂ ਉਹਨੂੰ ਕਹੇ ਟ੍ਰੈਪ ਕਹਿ ਦਈਏ, ਕੁਛ ਕਹਿ ਦਈਏ, ਗਵਰਨਮੈਂਟ ਆਫ ਇੰਡੀਆ ਨੂੰ ਕਿਹਾ ਜਾਂਦਾ ਜਿਵੇਂ, ਪਰ ਇਹਦੇ ਬਾਵਜੂਦ ਸੱਚ ਇਹ ਆ ਕਿ ਜਿਹੜੀ ਮਾਰਕੇਬਾਜ਼ੀ ਉਸ ਦਿਨ ਹੋਈ ਹੈ ਉਹ ਨਹੀਂ ਸੀ ਹੋ ਸਕਣੀ ਜੇਕਰ ਯੂਥ ਦਾ ਸਾਰਿਆਂ ਦਾ ਰੁਝਾਨ ਉਧਰ ਨੂੰ ਜਾਣ ਦਾ ਨਾ ਹੁੰਦਾ। ਤਾਂ ਉਹਦੇ ਵਿੱਚੋਂ ਸਾਰਿਆਂ ਧੜਿਆਂ ਦੇ ਵਿੱਚੋਂ ਯੂਥ ਉਧਰ ਨੂੰ ਗਿਆ ਆ, ਔਰ ਉਹਨਾਂ ਨੇ ਆਪਣੇ ਆਈਕਨ ਹੌਲੀ ਹੌਲੀ ਡਿਵੈਲਪ ਕਰ ਰਹੇ, ਜਿਵੇਂ ਨਵਰੀਤ ਸਿੰਘ ਯੂਪੀ ਵਾਲਾ ਨੌਜਵਾਨ ਜਿਹੜਾ ਹਰਦੀਪ ਸਿੰਘ WY ਜੀ ਦਾ ਪੋਤਰਾ, ਉਹਦੀ ਸ਼ਹਾਦਤ ਜਿਹੜੀ ਹੈ ਉਹਨੂੰ ਲੈ ਕੇ ਲੋਕ ਉਹਨੂੰ ਪੋਲੀਟੀਕਲ ਇੱਕ ਹਸਤੀ ਵਾਂਗ ਉਸਾਰ ਰਹੇ ਨੇ, ਜਾਂ ਹੋਰ ਕੁਝ ਲੋਕ ਨੇ ਜਿਹੜੇ ਉਹਦੇ ਚ ਪੋਲੀਟੀਕਲ ਕੈਪੀਟਲ ਕੱਢਣੀ ਚਾਹੁੰਦੇ ਨੇ, ਖਾਸ ਕਰਕੇ ਜਿਹੜੇ ਪੁਰਾਣੇ ਮਤਲਬ ਹੈਗੇ ਸੀ ਜਿਹਨੂੰ ਆਪਾਂ ਖਾੜਕੂ ਗਰੁੱਪ ਕਹਿ ਲੈਂਦੇ ਆ, ਉਹ ਚ ਵੀ ਕੁਝ ਲੋਕ ਜਿਹੜੇ ਪੋਲੀਟੀਕਲ ਕੈਪੀਟਲ ਕੱਢਣੀ ਚਾਹੁੰਦੇ ਨੇ। ਦੂਜੇ ਪਾਸੇ ਜਿਹੜੇ ਲੋਕ ਆਮ ਆਦਮੀ ਪਾਰਟੀ ਛੱਡ ਕੇ ਗਏ ਹੋਏ ਆ, ਸੁਖਪਾਲ ਸਿੰਘ ਖਹਿਰਾ ਵਰਗੇ, ਉਹ ਵੀ ਉਹਦੇ ਚ ਪੋਲੀਟੀਕਲ ਕੈਪੀਟਲ ਕਰਨਾ ਚਾਹੁੰਦੇ ਨੇ। ਪਰ ਦੂਜੇ ਪਾਸੇ ਇਹ ਵੀ ਕਿਆਸਾਂ ਹੋ ਰਹੀਆਂ ਨੇ ਕਿ ਸੁਖਪਾਲ ਸਿੰਘ ਖਹਿਰਾ ਨੂੰ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਬਣਾ ਲਵੇ। ਇਹ ਵੀ ਕਿਆਸਾਂ ਚੱਲ ਰਹੀ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਸਲਾਹਕਾਰ ਰੱਖਿਆ ਨਵਾਂ ਪ੍ਰਸ਼ਾਂਤ ਕਿਸ਼ੋਰ ਵੀ ਜਦੋਂ ਸਾਰੀਆਂ ਗੱਲਾਂ ਕਰ ਰਿਹਾ ਤੇ ਵੇਖ ਰਿਹਾ ਕਿ ਕਿਹੜੇ ਕਿਹੜੇ ਲੋਕ ਨੇ ਜਿਹੜੇ ਇਹਦੀ ਤਾਕਤ ਬਣ ਸਕਦੇ ਨੇ। ਪਰ ਦੂਜੇ ਪਾਸੇ ਜਿਹੜੀ ਰਵਾਇਤੀ ਸੋਚ ਧਾਰਾ ਹੈ, ਖਾਸ ਕਰਕੇ ਜਿਹਦੀ ਸਰਦਾਰੀ ਕੈਪਟਨ ਅਮਰਿੰਦਰ ਸਿੰਘ ਜੀ ਕਰ ਰਹੇ ਨੇ, ਉਹ ਸਾਰੀਆਂ ਗੱਲਾਂ ਪ੍ਰਸ਼ਾਂਤ ਕਿਸ਼ੋਰ ਦੀਆਂ ਮੰਨਣ ਨੂੰ ਤਿਆਰ ਹੀ ਨਹੀਂ ਜੋ ਲੱਗ ਰਿਹਾ, ਕਿਉਂਕਿ ਉਹਦੇ ਮੁਤਾਬਕ ਤਾਂ ਨਵਜੋਤ ਸਿੰਘ ਸਿੱਧੂ ਨੂੰ ਹੁਣ ਤੱਕ ਕਾਂਗਰਸ ਫੋਲਡ ਦੇ ਵਿੱਚ ਆ ਜਾਣਾ ਚਾਹੀਦਾ ਸੀ, ਜਿਵੇਂ ਉਹ ਸਟਾਰ ਕੰਪੇਨਰ ਬਣੇ ਨੇ ਬੰਗਾਲ ਦੇ ਵਿੱਚ, ਤੇ ਪੰਜਾਬ ਦੇ ਵਿੱਚ ਸੱਤਾ ਦੀ ਭਾਈਵਾਲੀ ਤੋਂ ਬਿਨਾਂ ਤੇ ਫਿਰ ਉਹਨਾਂ ਦਾ ਗੁਜ਼ਾਰਾ ਨਹੀਂ ਹੋਣਾ। ਹੁਣ ਇਹ ਨਾ ਹੋ ਸਕਦਾ ਮੱਛੀ ਸਮੁੰਦਰ 'ਚ ਤਾਂ ਤਰਦੀ ਫਿਰੇ ਤੇ ਪੰਜਾਬ ਦੇ ਛੱਪੜਾਂ 'ਚ ਉੱਤੇ ਵੜਨ ਦੀ ਪਾਬੰਦੀ ਹੋਵੇ, ਇਹ ਤਾਂ ਪੋਸੀਬਲ ਨਹੀਂ ਹੈਗਾ। ਹੁਣ ਪਾਣੀ ਤਾਂ ਮੱਛੀ ਨੂੰ ਚਾਹੀਦਾ ਹੀ ਚਾਹੀਦਾ, ਤੇ ਪੋਲੀਟੀਕਲ ਪਾਣੀ ਬਿਨਾਂ ਸਿਆਸਤਦਾਨ ਤਾਂ ਉਹ ਵੀ ਮਰ ਜਾਂਦਾ। ਤੇ ਮੈਂ ਤਾਂ ਹੈਰਾਨ ਆ ਵੀ 2.5 ਸਾਲ ਕਿੱਦਾਂ ਕੱਢ ਲੈਣੇ ਉਸਨੇ ਬਿਨਾਂ ਪਾਵਰ ਡਿਸਟ੍ਰੀਬਿਊਸ਼ਨ ਤੋਂ, ਬਿਨਾਂ ਆਪਣੇ ਆਪ ਨੂੰ ਸ਼ੇਅਰਿੰਗ ਤੋਂ ਬਿਨਾਂ। ਸੋ ਮੈਨੂੰ ਕੁੱਲ ਮਿਲਾ ਕੇ ਇਹ ਲੱਗਦਾ ਕਿ ਜਿਹੜੀ ਇੱਕ ਨਵੀਂ ਧਿਰ ਮਰਜ ਹੋ ਰਹੀ ਹੈ, ਉਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ ਡੈਮੋਕ੍ਰੈਟਿਕ, ਆਮ ਆਦਮੀ ਪਾਰਟੀ, ਸੁਖਪਾਲ ਸਿੰਘ ਖਹਿਰਾ ਦਾ ਧੜਾ, ਪਲੱਸ ਜੇ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਨਾ ਐਡਜਸਟ ਕੀਤਾ ਗਿਆ ਤੇ ਕਿਤੇ ਇਹ ਸਾਰੇ ਰਲ ਮਿਲ ਕੇ ਉਹਦੀ ਅਗਵਾਈ ਨੂੰ ਪ੍ਰਵਾਨ ਕਰਕੇ ਇੱਕ ਵੱਡਾ ਬਦਲ ਬਣ ਕੇ ਸਾਹਮਣੇ ਨਾ ਆ ਜਾਣ, ਜਿਹਦੇ ਚ ਕਿਸਾਨ ਸ਼ਕਤੀ ਨੂੰ ਵੀ ਇਹ ਸ਼ਾਮਲ ਕਰਨ ਦੀ ਹੋੜ ਚ ਹੋਣਗੇ। ਕਿਉਂਕਿ ਸੁਖਪਾਲ ਸਿੰਘ ਖਹਿਰੇ ਨੇ ਆਪਣੀਆਂ ਖਿੜਕੀਆਂ ਖੋਲ ਕੇ ਰੱਖੀਆਂ ਹੋਈਆਂ ਨੇ ਕਿਸਾਨ ਸ਼ਕਤੀ ਵਾਲੇ ਪਾਸੇ ਨੂੰ, ਉਹਦਾ ਉੱਥੇ ਜਾ ਕੇ ਨਵਰੀਤ ਦੇ ਭੋਗ ਤੇ ਜਾਣਾ, ਉਸ ਪਰਿਵਾਰ ਦੇ ਨਾਲ ਸੋਲੀਡੈਰਿਟੀ ਜ਼ਾਹਰ ਕਰਨਾ, ਦੀਪ ਸਿੱਧੂ ਦੇ ਹੱਕ ਤੇ ਬੋਲਣਾ, ਲੱਖਾ ਸਿਧਾਣਾ ਦੇ ਹੱਕ ਤੇ ਬੋਲਣਾ, ਇਹ ਸਾਰਾ ਸਾਰਾ ਤੰਤਰ ਲੱਗ ਰਿਹਾ ਕਿ ਉਹਨੇ ਆਪਣੀ ਜਿਹੜੀ ਪਾਵਰ, ਡਾਈਸੈਂਟ ਦੀ ਪਾਵਰ, ਜਿਹੜੀ ਰੋਸੇ ਦੀ ਪਾਵਰ, ਕਿਸਾਨ ਸ਼ਕਤੀ ਦੀ ਪਾਵਰ ਆ, ਉਹ ਤੇ ਅੱਖ ਰੱਖੀ ਹੋਈ ਵੀ ਪਤਾ ਨਹੀਂ ਕਦੋਂ ਕਿਹੜੇ ਵੇਲੇ ਉਸ ਨੂੰ ਮੈਂ ਆਪਣੀ ਕੈਪੀਟਲ ਦੇ ਵਿੱਚ ਕਨਵਰਟ ਕਰਨਾ, ਤਬਦੀਲ ਕਰਨਾ ਹੈ। ਜੀ, ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਇਸ ਵੇਲੇ ਵਕਤਨਾਮਾ ਵਿਦ ਗੁਰਭਜਨ ਗਿੱਲ ਪ੍ਰੋਗਰਾਮ ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਵੱਖ-ਵੱਖ ਪਲੇਟਫਾਰਮਸ ਤੇ ਦੇਖ ਰਹੇ ਹੋ। ਤੇ ਗੁਰਭਜਨ ਜੀ, ਆਪਾਂ ਮਿਸ਼ਨ 2022 ਦੀ ਗੱਲ ਕਰ ਲਈ ਤੇ ਹੁਣ ਕੁਝ ਸ਼ਰਧਾਂਜਲੀਆਂ, ਕੁਝ ਬਰਸੀਆਂ ਦੇ ਖਾਸ ਦਿਨ ਨੇ, ਤੇ ਕੱਲ ਤੋਂ ਤੁਸੀਂ ਸ਼ੁਰੂ ਦੇ ਵਿੱਚ ਪ੍ਰੋਗਰਾਮ 'ਚ ਜ਼ਿਕਰ ਕੀਤਾ ਦੁੱਲਾ ਭੱਟੀ ਦੀ 91ਵੀਂ ਬਰਸੀ ਸੀ, ਤੇ ਉਸ ਸ਼ਖਸੀਅਤ ਦੇ ਬਾਰੇ 'ਚ ਕੁਝ ਦੱਸ ਦਿਓ। ਦੁੱਲਾ ਭੱਟੀ ਅਕਬਰ ਦੇ ਸਮੇਂ ਦਾ ਉਹ ਬਾਗੀ ਸੂਰਮਾ ਸੀ, ਕਿਸਾਨ ਸੂਰਮਾ ਸੀ, ਜਿਸ ਨੇ ਲਗਾਨ ਦੇਣ ਤੋਂ ਇਨਕਾਰ ਕੀਤਾ ਸੀ ਲਾਹੌਰ ਤਖਤ ਨੂੰ ਕਿ ਮੈਂ ਆਪਣੀ ਧਰਤੀ ਦਾ
ਪੁੱਤਰ ਹੋਣ ਨਾਤੇ ਮੈਂ ਆਪਣੀ ਧਰਤੀ ਦੇ ਲੋਕਾਂ ਨੂੰ ਇਸ ਗੱਲ ਦੀ ਅਗਵਾਈ ਦਿਆਂਗਾ ਕਿ ਅਸੀਂ ਤੁਹਾਨੂੰ ਲਗਾਨ ਨਹੀਂ ਦੇਣਾ। ਜੀ ਉਹਦੇ ਬਦਲੇ 'ਚ ਉਸ ਨੂੰ ਜਦੋਂ ਤੰਗ ਕੀਤਾ ਜਾਣ ਲੱਗਿਆ ਤਾਂ ਉਹਨੇ ਚੈਲੰਜ ਕਰਦਿਆਂ ਉਹਨਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਧਿਰਾਂ ਸੀ ਉਹਨਾਂ ਦੇ ਉੱਤੇ ਵੀ ਹਮਲੇ ਕੀਤੇ, ਉਹਨਾਂ ਦੇ ਸਮਾਨ ਵੀ ਖੋਏ, ਲੋਕਾਂ 'ਚ ਵੰਡੇ, ਔਰ ਇੱਕ ਰੋਬਿਨ ਹੁੱਡ ਬਣ ਕੇ ਉੱਭਰ ਕੇ ਸਾਹਮਣੇ, ਲੋਕ ਨਾਇਕ ਬਣ ਕੇ ਸਾਹਮਣੇ ਉੱਭਰ ਕੇ ਆਇਆ, ਜਿਹਦਾ ਖਮਿਆਜ਼ਾ ਉਹਨੂੰ ਇਹ ਭੁਗਤਣਾ ਪਿਆ ਕਿ ਉਸ ਨੂੰ ਅਰੈਸਟ ਕਰਕੇ ਲਾਹੌਰ ਦੇ ਵਿੱਚ ਇੱਕ ਨਖਾਸ ਇਲਾਕਾ ਆ, ਉੱਥੇ ਉਸ ਨੂੰ ਫਾਂਸੀ ਦਿੱਤੀ ਗਈ। ਔਰ ਉਹਦੀ 432ਵੀਂ ਕੱਲ ਉਹਦੀ ਸ਼ਹਾਦਤ ਦਾ ਦਿਹਾੜਾ ਸੀ, ਜਿਹੜਾ ਪਾਕਿਸਤਾਨ ਦੇ ਵਿੱਚ ਵੀ ਲੋਕਾਂ ਨੇ ਮਨਾਇਆ ਔਰ ਹਿੰਦੁਸਤਾਨ 'ਚ ਵੀ ਬਹੁਤ ਸਾਰੀਆਂ ਥਾਵਾਂ ਤੇ ਉਸ ਦਿਨ ਨੂੰ ਮਨਾਇਆ ਗਿਆ। ਜਿੱਥੇ ਲੁਧਿਆਣੇ 'ਚ ਅਸੀਂ ਲੋਕ ਵਿਰਾਸਤ ਅਕਾਡਮੀ ਵੱਲੋਂ ਕੱਲ ਇੱਕ ਸੈਮੀਨਾਰ ਕੀਤਾ, ਜਿਸ 'ਚ ਡਾਕਟਰ ਧਰਮ ਸਿੰਘ ਗੁਰਾਇਆ ਹੋਰਾਂ ਨੇ ਅਮਰੀਕਾ ਤੋਂ ਵਿਸ਼ੇਸ਼ ਖੋਜ ਪੱਤਰ ਪੜ੍ਹਿਆ, ਜਿਹੜੇ ਉਸ ਪਿੰਡ ਦੇ ਵਿੱਚ ਜਾ ਕੇ ਉਹਦੀ ਯਾਦਗਾਰ ਸਥਾਪਿਤ ਕਰ ਚੁੱਕੇ ਨੇ। ਇਸੇ ਤਰ੍ਹਾਂ ਹੀ ਸੁਰਜੀਤ ਪਾਤਰ ਜੀ ਦੀ ਅਗਵਾਈ ਥੱਲੇ ਅਸੀਂ ਇੱਕ ਕਵੀ ਦਰਬਾਰ ਕੀਤਾ, ਜਿਸ 'ਚ ਲਗਭਗ 16 ਪੋਇਟਸ ਨੇ ਪਾਰਟੀਸਪੇਟ ਕੀਤਾ, ਹਿੱਸਾ ਲਿਆ। ਔਰ ਲੋਕ ਵਿਰਾਸਤ ਅਕਾਡਮੀ ਔਰ ਬਿਜ਼ਨਸ ਐਸੋਸੀਏਸ਼ਨ ਜਿਹੜੀ ਹੈਗੀ ਹੈ ਟੀਚਰਸ ਦੀ, ਉਸ ਦੇ ਸਹਿਯੋਗ ਨਾਲ ਅਸੀਂ ਡਾਕਟਰ ਅਸ਼ਵਨੀ ਭੱਲਾ ਦੀ ਅਗਵਾਈ ਥੱਲੇ ਅਸੀਂ ਟ੍ਰਿਬਿਊਟ ਦਿੱਤੀ। ਉਸ ਤੋਂ ਇੱਕ ਦਿਨ ਪਹਿਲਾਂ ਸਾਡੇ ਇੱਕ ਇਨਕਲਾਬੀ ਸੂਰਮੇ ਗਦਰ ਪਾਰਟੀ ਦੇ ਦੇਸ਼ ਭਗਤ ਸ਼ਹੀਦ ਰਹਿਮਤ ਅਲੀ ਵਜੀਦਕੇ ਹੋਰਾਂ ਦਾ ਸ਼ਹਾਦਤ ਦਾ ਦਿਹਾੜਾ ਸੀ। ਔਰ ਅੱਜ ਭਾਵ 27 ਤਰੀਕ ਨੂੰ ਸਾਡੇ ਸ਼ਹੀਦ ਕਾਂਸ਼ੀ ਰਾਮ ਬੜੋਲੀ ਵਾਲਿਆਂ ਦਾ ਵੀ ਸ਼ਹਾਦਤ ਦਾ ਦਿਹਾੜਾ, ਉਹ ਵੀ ਉਹਨਾਂ ਦੇ ਸਾਥੀ ਸਨ, ਗਦਰ ਪਾਰਟੀ ਦੇ ਸੂਰਮੇ ਸਨ। ਸੋ ਇਹ ਜਿਹੜੇ ਦਿਨ ਨੇ, ਇਹਨਾਂ ਦਿਨਾਂ ਦੇ ਜਿਹੜੇ ਵਿੱਚ ਸ਼ਹਾਦਤਾਂ ਦੇ ਦਿਨ ਵੀ ਨੇ, ਇਹ ਕੁਰਬਾਨੀਆਂ ਦੇ ਦਿਨ ਵੀ ਨੇ, ਇਹਨਾਂ ਨੂੰ ਯਾਦ ਕਰਨਾ, ਇਹਨਾਂ ਨੂੰ ਅੱਗੇ ਤੋਰਨਾ ਇਸ ਕਰਕੇ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਆਮ ਬੰਦਾ ਜਿਹੜਾ ਹੈਗਾ ਆਪਣੇ ਨਾਇਕਾਂ ਦੀ ਪਛਾਣ ਕਰ ਸਕੇ। ਉਹਨਾਂ ਨੂੰ ਦੁੱਲਾ ਭੱਟੀ ਕੱਲਾ ਹੀ ਨਾ ਦਿਸੇ ਕਿ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਗਈ ਹੋ, ਨਹੀਂ, ਉਹ ਇੱਕ ਹਿੰਦੂ ਦੀ ਧੀ ਨੂੰ ਵਿਆਹੁਣ ਵਾਲਾ ਕਾਰਜ ਉਹਦਾ ਇੱਕ ਕਾਰਜ ਸੀ, ਪਰ ਉਹਦੇ ਜਿਹੜੇ ਵਿਸ਼ਾਲ ਕਾਰਜ ਨੇ ਉਹ ਕਾਰਜ ਨੇ ਕਿਸਾਨੀ ਨੂੰ ਅਗਵਾਈ ਦੇਣਾ। ਕਦੋਂ? 432 ਸਾਲ ਪਹਿਲਾਂ। 32 ਸਾਲ ਪਹਿਲਾਂ ਜੀ। ਪਿੰਡੀ ਭੱਟੀਆਂ ਦਾ ਸੂਰਮਾ ਦੁੱਲਾ, ਜਿਹਦਾ ਨਾਮ ਅਬਦੁੱਲਾ ਭੱਟੀ ਸੀ, ਉਸ ਦਾ ਆਪਣੇ ਲੋਕਾਂ ਨੂੰ, ਵਾਹੀਵਾਨਾਂ ਨੂੰ ਇਕੱਤਰਿਤ ਕਰਕੇ ਉਸ ਵਕਤ ਦੇ ਤਖਤ ਲਾਹੌਰ ਦੇ ਖਿਲਾਫ ਬਗਾਵਤ ਦੇ ਲਈ ਉਕਸਾਉਣਾ ਇਹ ਕੋਈ ਨਿੱਕੀ ਗੱਲ ਨਹੀਂ ਸੀ। ਉਹਦਾ ਹੀ ਬਾਅਦ ਵਿੱਚ ਅਹਿਮਦ ਖਾਨ ਖਰਲ ਹੋਰਾਂ ਨੇ 1857 ਦੇ ਵਿੱਚ ਉਸ ਰੰਗ ਦੇ ਵਿੱਚ ਬਗਾਵਤ ਕੀਤੀ, ਕਿਸਾਨੀ ਨੂੰ ਅਗਵਾਈ ਦਿੱਤੀ। ਫਿਰ 1907 ਦੇ ਵਿੱਚ ਸ਼ਹੀਦ ਭਗਤ ਸਿੰਘ ਹੋਰਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਹੋਰਾਂ ਨੇ ਅਗਵਾਈ ਦਿੱਤੀ ਪਗੜੀ ਸੰਭਾਲੋ ਜੱਟਾ ਲਹਿਰ ਦੇ ਵਿੱਚ। ਉਸ ਤੋਂ ਬਾਅਦ ਚ ਤੁਰਦੀ ਤੁਰਦੀ ਕਹਾਣੀ ਅੱਗੇ ਆਈ, ਜਦੋਂ ਅਸੀਂ ਪਰਜਾ ਮੰਡਲ ਲਹਿਰ ਤੇ ਕਿਸਾਨੀ ਮੁਜ਼ਾਹਰਾ ਲਹਿਰ ਜਿਹੜੀ ਖਾਸ ਕਰਕੇ ਜਿਹੜੀ ਸੀਗੀ ਵਿਸ਼ਵੇਦਾਰਾਂ ਦੇ ਖਿਲਾਫ ਪੈਪਸੂ ਦੇ ਵਿੱਚ ਲੜੀ ਲੜਾਈ, ਤੇ ਜਿਸ ਸੁਤੰਤਰ ਹੋਰਾਂ ਨੇ ਲੜੀ ਔਰ ਕਿਵੇਂ ਵਾਹੀਵਾਨ ਨੂੰ ਉਹਦੀ ਜ਼ਮੀਨ ਦਾ ਅਧਿਕਾਰ ਦਵਾਇਆ। ਔਰ ਤੁਰਦੀ ਤੁਰਦੀ ਕਹਾਣੀ ਹੁਣ ਸਾਡੇ ਜਿਹੜਾ ਇਸ ਵੇਲੇ ਕਿਸਾਨੀ ਜ਼ਮੀਨੀ ਘੋਲ ਚੱਲ ਰਿਹਾ ਕਿਰਤੀ ਕਿਸਾਨਾਂ ਦਾ, ਉਹਦੇ ਤੱਕ ਅੱਪੜ ਗਈ ਹੈ। ਸੋ ਇਹ ਮੈਂ ਲੱਗਦਾ ਕਿ ਦੁੱਲੇ ਭੱਟੀ ਦੀ ਇੱਕ ਕੰਟੀਨਿਊਸ਼ਨ ਦੇ ਵਿੱਚ ਆ, ਜਿਹਦੇ ਵਿੱਚ ਬਹੁਤ ਅਹਿਮ ਤਰੀਨ ਪੜਾਅ ਆਉਂਦਾ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦਾ, ਜਿਨ੍ਹਾਂ ਨੇ ਇਸ ਧਰਤੀ ਦੇ ਲੋਕਾਂ ਨੂੰ ਜ਼ਮੀਨ ਦੇ ਅਧਿਕਾਰ ਦਿੱਤੇ ਕਿ ਜ਼ਮੀਨ ਉਹਨੂੰ ਬਿਲੋਂਗ ਕਰਦੀ ਹੈ ਜਿਹੜਾ ਵਾਹੁੰਦਾ, ਦੂਸਰੇ ਦਾ ਕੋਈ ਹੱਕ ਨਹੀਂ ਹੈ। ਜੀ ਤੇ ਗੁਰਭਜਨ ਜੀ, ਆਪਾਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਕੁਝ ਪੰਨੇ ਫਰੋਲੇ ਨੇ, ਤੇ ਉਹਦੇ ਵਿੱਚ ਇਤਿਹਾਸਕ ਤੌਰ ਤੇ ਕਹਿ ਲਓ, ਸੱਭਿਆਚਾਰਕ ਤੌਰ ਤੇ ਕਹਿ ਲਓ, ਤੇ ਅੱਜ ਇੱਕ ਬੜਾ ਖਾਸ ਦਿਹਾੜਾ ਮਨਾ ਰਹੇ ਹਾਂ ਅਸੀਂ, ਵਰਲਡ ਥੀਏਟਰ ਡੇ। ਇਹਦੇ ਬਾਰੇ ਕੁਝ ਦੱਸੋ। ਹਿੰਦੁਸਤਾਨ ਦੇ ਵਿੱਚ ਥੀਏਟਰ ਦੀ ਬੜੀ ਪੁਰਾਣੀ ਰਵਾਇਤ ਹੈ। ਭਾਰਤੀ ਥੀਏਟਰ ਸਭ ਤੋਂ ਪੁਰਾਣਾ ਸਾਡਾ ਇੱਥੇ ਦਾ ਧਰਤੀ ਦਾ, ਔਰ ਮੇਰਾ ਖਿਆਲ ਹੈ ਕਿ ਕੋਈ ਪਿੰਡ, ਸ਼ਹਿਰ, ਕਸਬਾ ਐਸਾ ਨਹੀਂ ਹੋਣਾ ਜਿੱਥੇ ਭਗਵਾਨ ਰਾਮ ਦੀ ਯਾਦ ਵਿੱਚ ਹਰ ਸਾਲ ਅਸੀਂ 7-8 ਦਿਨ ਲਗਾਤਾਰ ਥੀਏਟਰ ਨਹੀਂ ਕਰਦੇ। ਨਰਾਤਿਆਂ ਦੇ ਵਿੱਚ ਰਾਮਲੀਲਾ ਜਿਹੜੀ ਆਪਣੇ ਆਪ 'ਚ ਇੱਕ ਲੋਕ ਥੀਏਟਰ ਹੈ, ਔਰ ਦੁਆਬੇ ਦੇ ਵਿੱਚ ਰਾਸ ਲੀਲਾ ਦਾ ਇੱਕ ਜਿਹੜਾ ਜਿਹਨੂੰ ਹੁਣ ਨਕਲਾਂ ਹੌਲੀ ਹੌਲੀ ਕਹਿਣ ਲੱਗ ਗਏ ਆ, ਔਰ ਬਿਹਾਰ ਦੇ ਵਿੱਚ ਇਸ ਨੂੰ ਮੇਲ ਡਾਂਸਰ ਜਿਹੜੇ ਜਿਹਨੂੰ ਲੌਂਡਾ ਨਾਚ ਕਹਿੰਦੇ ਨੇ, ਉਹ ਵੀ ਥੀਏਟਰ ਦੀਆਂ ਪਾਰਟੀਆਂ ਨੇ ਬਣੀਆਂ ਹੋਈਆਂ, ਜਿਹੜੀਆਂ ਆਪੋ ਆਪਣੇ ਖਿੱਤੇ ਦੇ, ਕੋਈ ਰਾਜਾ ਹਰੀਸ਼ ਚੰਦਰ ਦੀ, ਕੋਈ ਤਾਰਾ ਰਾਣੀ ਹਰੀਸ਼ ਚੰਦਰ ਦੀ, ਕੋਈ ਭਗਤ ਪੂਰਨ ਦੀ, ਕੋਈ ਦੁੱਲੇ ਭੱਟੀ ਦੀ, ਕੋਈ ਕਿਸੇ ਨਾਇਕ ਦੀ, ਕੋਈ ਕਿਸੇ ਨਾਇਕ ਦੀ ਵਾਰਤਾ ਸਾਰੀ ਰਾਤ ਸੁਣਾਉਂਦੇ ਨੇ। ਉਹ ਸਾਡੀ ਜਿਹੜੀ ਥੀਏਟਰ ਦੀ ਰਵਾਇਤ ਆ, ਉਹ ਸਿਸਟਮੈਟਿਕਲੀ ਜੇ ਗਿਣੀਏ ਤਾਂ ਅਸੀਂ ਗਿਣਦੇ ਆ ਕੇ ਨੋਰਾ ਰਿਚਰਡਸ ਤੋਂ, ਜਦੋਂ ਉਹਨੇ ਪਹਿਲੀ ਵਾਰ ਲਾਹੌਰ ਦੇ ਵਿੱਚ ਇਸ ਗੱਲ ਦੀ ਸ਼ੁਰੂਆਤ ਕੀਤੀ ਇੱਕ ਸਦੀ ਪਹਿਲਾਂ, ਜਦੋਂ ਗਵਰਨਮੈਂਟ ਕਾਲਜ ਦੇ ਹਸਬੈਂਡ ਪੜ੍ਹਾਉਂਦੇ ਸੀ ਉੱਥੇ। ਆਈ ਰਿਚਰਡ ਤੇ ਨੋਰਾ ਰਿਚਰਡਸ ਉਹਨਾਂ ਦੀ ਵਾਈਫ ਸੀ, ਉਹਦਾ ਥੀਏਟਰ ਸ਼ੌਕ ਸੀ। ਉਹਨੇ ਆਈ ਸੀ ਨੰਦਾ, ਜਿਹੜਾ ਸਾਡਾ ਪਹਿਲਾ ਨਾਟਕਕਾਰ ਪੰਜਾਬੀ ਦਾ ਗਿਣਿਆ ਜਾਂਦਾ, ਉਹਨਾਂ ਨੂੰ ਵਿਦਿਆਰਥੀ ਸਨ ਉਸ ਵਕਤ, ਉਹਨਾਂ ਨੂੰ ਅੱਗੇ ਲਾ ਕੇ ਤੇ ਉਹਨਾਂ ਨੇ ਕੁਛ ਨਾਟਕ ਲਿਖੇ, ਖੇਡੇ। ਔਰ ਅੱਜ ਜਿਹੜੀ ਥੀਏਟਰ ਦੀ ਪਰੰਪਰਾ ਉਹ ਮਿਕਸ ਹੋ ਗਈ ਜਾ ਕੇ ਫਿਲਮ ਜਗਤ ਦੇ ਵਿੱਚ। ਔਰ ਫਿਲਮ ਦੀ ਹਿਸਟਰੀ ਵੀ ਸਾਡੇ ਕੋਲ 87 ਸਾਲ ਪੁਰਾਣੀ ਹੈ। 87 ਸਾਲ ਤੋਂ ਪੰਜਾਬੀ ਫਿਲਮਾਂ ਬਣਨੀ ਸ਼ੁਰੂ ਹੋਈਆਂ ਨੇ,
ਔਰ ਜੀ ਪਾਰਟੀਸ਼ਨ ਤੋਂ ਪਹਿਲਾਂ ਵੀ ਸੈਂਟਰ ਲਾਹੌਰ ਸੀ, ਔਰ ਉਸ ਤੋਂ ਬਾਅਦ ਜੀ ਸਿੱਧਾ ਉਹ ਸ਼ਿਫਟ ਕਰ ਗਿਆ ਇੱਥੇ ਆਪਣੇ ਬੰਬੇ 'ਚ, ਜਿਹਦੇ 'ਚ ਜੀ ਸਾਗਰ ਸਰਦੀ ਸਾਹਿਬ, ਜਿਨ੍ਹਾਂ ਦੀ ਪਿਛਲੇ ਦਿਨਾਂ 'ਚ ਹੀ ਮੌਤ ਹੋਈ ਹੈ, ਬੜੇ ਜੀ 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 ਅਹਿਮ ਜਿਨ੍ਹਾਂ ਨੇ ਫਿਲਮਾਂ ਬਣਾਈਆਂ। ਸਿਲਸਿਲਾ ਫਿਲਮ ਉਹਨਾਂ 'ਚ ਤੁਹਾਨੂੰ ਯਾਦ ਹੋਣੀ ਹੈ। ਜੀ ਹੋਰ ਉਹਨਾਂ ਜੀ ਨੇ ਬੜੀਆਂ ਕਬ ਖੂਬਸੂਰਤ ਹਿੰਦੀ ਪੰਜਾਬੀ ਫਿਲਮਾਂ ਬਣਾਈਆਂ, ਬੜੇ ਅੱਛੇ ਲੋਕ ਸੀ ਉਹ। ਔਰ ਜੀ ਇਹ ਸਾਰੇ ਜਿਹੜੇ ਸਾਡੇ ਖਾਸ ਕਰਕੇ ਥੀਏਟਰ ਦੁਨੀਆ ਦੇ ਲੋਕ ਸੀ, ਬਲਰਾਜ ਸਾਹਨੀ ਸਾਹਿਬ ਸੀ, ਉਦੋਂ ਪਹਿਲਾਂ ਪ੍ਰਿਥਵੀ ਰਾਜ ਕਪੂਰ ਸਾਹਿਬ ਸੀ, ਦੇਵਾਨੰਦ ਜੀ ਸੀ, ਇਹ ਸਾਰੇ ਪੰਜਾਬ ਦੇ ਥੀਏਟਰ ਦੀ ਪੈਦਾਵਾਰ ਲੋਕ ਸੀ। ਜੀ ਔਰ ਪੰਜਾਬ ਦੇ ਲੋਕ ਥੀਏਟਰ ਦੀ ਜਿਹੜੀ ਪਰੰਪਰਾ ਆ ਉਹਨੂੰ ਐਨਰਿਚ ਕਰਨ ਦੇ ਵਿੱਚ, ਅਮੀਰ ਕਰਨ 'ਚ ਸਾ ਗੁਰਸ਼ਰਨ ਸਿੰਘ ਹੋਰਾਂ ਦਾ ਨਾਂ ਕਿੱਡਾ ਵੱਡਾ। ਫਿਰ ਉਦੋਂ ਜੀ ਬਾਅਦ 'ਚ ਸਾਡੇ ਅਜਮੇਰ ਸਿੰਘ ਔਲਖ ਹੋਰਾਂ ਦਾ, ਡਾਕਟਰ ਆਤਮਜੀਤ ਜੀ ਸਿੰਘ ਹੋਰਾਂ ਦਾ, ਡਾਕਟਰ ਐਸ ਜੀ ਐਨ ਸੇਵਕ ਦਾ ਲੁਧਿਆਣੇ ਦੇ ਵਿੱਚ ਜ਼ਿਕਰ ਕਰ ਸਕਦੇ ਆ। ਜੀ ਤੁਸੀਂ ਜੇ ਗੱਲ ਕਰੋਗੇ ਪਟਿਆਲੇ ਦੇ ਵਿੱਚ ਇੱਕ ਡਿਪਾਰਟਮੈਂਟ ਪੂਰੇ ਦਾ ਪੂਰਾ, ਜਿਹਨੂੰ ਸੁਰਜੀਤ ਸਿੰਘ ਸੇਠੀ ਹੈਡ ਕਰਦੇ ਰਹੇ ਨੇ, ਨਵਨਿੰਦਰਾ ਜੀ ਘੁੰਮਣ ਰਹੇ ਨੇ ਉੱਥੇ, ਉਹਨਾਂ ਨੇ ਕਿੰਨੇ ਵੱਡੇ ਜੀ ਆਰਟਿਸਟ ਪੈਦਾ ਕੀਤੇ ਨੇ, ਜਿਨ੍ਹਾਂ ਦੇ ਵਿੱਚ ਰਾਣਾ ਰਣਬੀਰ ਹੈ, ਤੁਹਾਡਾ ਮੁੰਡਾ ਜਿਹੜਾ ਉਹ ਬਿਨੂ ਢਿੱਲੋਂ ਆ, ਇਹ ਸਾਰੇ ਉੱਥੋਂ ਜੀ ਹੀ ਪ੍ਰੋਡਕਟ ਨੇ। ਇਸ ਕਰਕੇ ਜੀ ਅਸੀਂ ਬਲਰਾਜ ਸਾਹਨੀ ਹੋਰਾਂ ਦੇ ਜਿਹੜੇ ਪੈੜਾਂ ਨੇ ਪੰਜਾਬ ਦੇ ਵਿੱਚ, ਗੁਰਸ਼ਰਨ ਸਿੰਘ ਹੋਰਾਂ ਦੇ ਨਾਲ ਰਲ ਕੇ ਉਹਨਾਂ ਦਾ ਨਾਟਕ ਖੇਡਣ ਆ ਕੇ ਅੰਮ੍ਰਿਤਸਰ ਦੇ ਵਿੱਚ। ਫਿਰ ਇਸੇ ਜੀ ਤਰ੍ਹਾਂ ਦੇ ਹਰਪਾਲ ਟਿਵਾਣੀ ਹੋਰਾਂ ਦਾ ਇੱਥੇ ਆ ਕੇ ਲੁਧਿਆਣੇ ਦੇ ਵਿੱਚ, ਪਟਿਆਲੇ ਦੇ ਵਿੱਚ ਥੀਏਟਰ ਨੂੰ ਐਨਰਿਚ ਕਰਨਾ, ਔਰ ਆਪਣੇ ਦੂਸਰਾ ਓਮ ਪੁਰੀ ਵਰਗੇ, ਗਿਰਜਾ ਸ਼ੰਕਰ ਵਰਗੇ, ਔਰ ਜੀ ਤੁਹਾਡੇ ਅਮਰੀਸ਼ ਪੁਰੀ ਵਰਗੇ ਆਰਟਿਸਟ ਸ਼ਾਰਪਨ ਕਰਨਾ, ਗੁਰਦਾਸ ਮਾਨ ਵਰਗੇ, ਫਿਰ ਤੁਹਾਡਾ ਰੱਬ ਭਲਾ ਕਰੇ ਸਰਦਾਰ ਸੋਹੀ ਵਰਗੇ, ਨਿਰਮਲ ਰਿਸ਼ੀ ਵਰਗੇ, ਨੀਨਾ ਟਿਵਾਣਾ ਵਰਗੇ ਜੀ ਆਰਟਿਸਟਾਂ ਨੂੰ ਸ਼ਾਰਪਨ ਕਰਨਾ। ਜੀ ਇੱਕ ਲੰਮਾ ਇਤਿਹਾਸ ਹੈ ਜਿਹਦੇ ਵਾਸਤੇ ਘੱਟੋ ਘੱਟ 2-3 ਘੰਟੇ ਚਾਹੀਦੇ ਨੇ ਅੱਜ ਗੱਲ ਕਰਨ ਵਾਸਤੇ, ਪਰ ਆਪਾਂ ਗੱਲ ਨੂੰ ਜੀ ਇੱਥੇ ਸਮੇਟਦੇ ਹਾਂ। ਗੁਰਭਜਨ ਜੀ, ਹੁਣ ਗੱਲਾਂ ਅਸੀਂ ਬਾਕੀਆਂ ਦੀਆਂ ਬਹੁਤ ਕਰ ਲਈਆਂ, ਹੁਣ ਆਪਣੀ ਗੱਲ ਕਰੀਏ। ਇੱਕ ਸਾਡਾ ਇਸ ਪ੍ਰੋਗਰਾਮ ਦਾ ਸੈਗਮੈਂਟ ਹੈ ਮਿੱਠੀ ਯਾਦ ਜਾਂ ਕੋਈ ਵੀ ਯਾਦ। ਤੇ ਸਭ ਤੋਂ ਪਹਿਲੀ ਯਾਦ ਮੈਨੂੰ ਤੁਹਾਡੇ ਨਾਲ ਜੁੜੀ ਯਾਦ ਆਉਂਦੀ ਹੈ, ਜਾਂ ਤੁਸੀਂ ਯਾਦ ਕਰਾਓਗੇ ਵੀ ਤੁਸੀਂ ਜਦੋਂ ਪਹਿਲੀ ਵਾਰ ਲੁਧਿਆਣੇ ਆਏ, ਕਿਹੋ ਜਿਹਾ ਮਾਹੌਲ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕੀ ਕੁਝ ਬਦਲਿਆ ਵੇਖਦੇ ਹੋ? ਪਰਮਿੰਦਰ, ਮੈਂ ਪਹਿਲੀ ਵਾਰ ਤਾਂ ਲੁਧਿਆਣੇ ਆਇਆ ਸੀ 1969 ਦੇ ਵਿੱਚ, 10ਵੀਂ ਦੇ ਜੀ ਪੇਪਰ ਦੇ ਕੇ। ਪਰ ਉਹ ਕਿਉਂਕਿ ਨਾ ਤਾਂ ਸੋਝੀ ਸੀ ਇੰਨੀ ਉਹਦੀ ਲੰਮੀ ਚੌੜੀ, ਤੇ ਨਾ ਹੀ ਉਹਨੂੰ ਮੈਂ ਪਹਿਲੀ ਵਿਜ਼ਿਟ ਕਹਿ ਸਕਦਾ, ਕਿਉਂਕਿ ਪਹਿਲੀ ਵਿਜ਼ਿਟ ਦਾ ਮਤਲਬ ਉਹ ਇਸ ਤਰ੍ਹਾਂ ਸੀ ਬੱਧਿਆਂ ਲਾਹੌਰ ਵੇਖਦਾ, ਜਿਵੇਂ ਬੰਦਾ ਵੀ ਇੱਕ ਬੰਦ ਡੱਬੇ 'ਚ ਹੀ ਪੈ ਕੇ ਆ ਗਏ ਤੇ ਬੰਦ ਡੱਬੇ 'ਚ ਹੀ ਲੁਧਿਆਣੇ ਦੇ ਵਿੱਚੋਂ ਗਾਂਹ ਲੰਘ ਗਏ। ਉਹ ਪਹਿਲੀ ਵਿਜ਼ਿਟ ਨਹੀਂ ਮੈਂ ਮੰਨਦਾ ਉਹਨੂੰ। ਮੈਂ ਤਾਂ ਪਹਿਲੀ ਯਾਦ ਜਿਹੜੀ ਮੈਂ ਸਮਝਦਾ ਉਹ ਇਹ ਆ, 1971 ਦੇ ਵਿੱਚ ਜਦੋਂ ਮੈਂ ਇੱਥੇ ਪੜ੍ਹਨ ਵਾਸਤੇ ਆਇਆ ਲੁਧਿਆਣੇ ਜੀਜੀਐਨ ਜੀ ਖਾਲਸਾ ਕਾਲਜ ਦੇ ਵਿੱਚ, ਕਿਉਂਕਿ ਮੇਰੇ ਜੀ ਵੱਡੇ ਭਾਈ ਸਾਹਿਬ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਜਿਹੜੇ ਉਦੋਂ ਲੈਕਚਰਰ ਸਨ ਖਾਲਸਾ ਕਾਲਜ ਦੇ ਵਿੱਚ, ਇੱਥੇ ਪੜ੍ਹਾਉਂਦੇ ਹੁੰਦੇ ਸੀ। ਤੇ ਜੀ ਮੈਂ 2 ਜਮਾਤਾਂ ਕਰਕੇ ਕਾਲਾ ਅਫਗਾਨਾ ਤੋਂ, ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਤੋਂ ਪਾਸ ਕਰਕੇ, ਤੇ ਪਹਿਲੀ ਵਾਰ ਜਦੋਂ ਮੈਂ ਲੁਧਿਆਣੇ ਆਉਣਾ ਸੀ ਤਾਂ ਮੇਰਾ ਆਉਣ ਨੂੰ ਜੀ ਨਹੀਂ ਸੀ ਕਰਦਾ, ਮਨ ਨਹੀਂ ਸੀ ਮੰਨਦਾ। ਪਰ ਕਿਉਂਕਿ ਮਜਬੂਰੀ ਸੀ, ਮੈਨੂੰ ਯਾਦ ਹੈ ਜੀ ਕਿ ਮੈਂ ਪਹਿਲੀ ਵਾਰ ਜਦੋਂ ਉਦੋਂ ਬੱਸ ਸਟੈਂਡ ਬਟਾਲੇ ਵਾਲਾ ਜਿਹੜਾ ਉਹ ਅੰਮ੍ਰਿਤਸਰ ਵਾਲੀ ਸੜਕ ਦੇ ਉੱਤੇ ਹੁੰਦਾ ਸੀ, ਜਿੱਥੇ ਹੁਣ ਬੱਸ ਸਟੈਂਡ ਪੁਰਾਣਾ ਨਵਾਂ ਬਣਿਆ ਹੋਇਆ, ਜੀ ਉਦੋਂ ਪਾਸੇ ਤੇ ਗਾਂਧੀ ਚੌਂਕ ਤੋਂ ਦੂਸਰੇ ਪਾਸੇ ਨੂੰ ਹੁੰਦਾ ਸੀ, ਛੋਟਾ ਜਿਹਾ ਥੋੜੀ ਥਾਂ ਸੀ, ਐਵੇਂ ਸਮਝ ਲਓ ਵੀ 12-15 ਮਰਲੇ ਦੇ ਵਿੱਚ ਬੱਸ ਸਟੈਂਡ ਹੁੰਦਾ ਸੀ ਛੋਟਾ ਜਿਹਾ। ਉੱਥੋਂ ਸਤਲੁਜ ਵਾਲਿਆਂ ਦੀ ਬੱਸ ਚੱਲਦੀ ਹੁੰਦੀ ਸੀ ਤੇ 5 ਰੁਪਏ ਕਿਰਾਇਆ ਹੁੰਦਾ ਸੀ ਉਦੋਂ ਲੁਧਿਆਣੇ ਦਾ। ਤੇ ਉਸ ਬੱਸ ਤੇ ਸਵਾਰ ਹੋ ਕੇ ਮੈਂ ਜਦੋਂ ਲੁਧਿਆਣੇ ਆਇਆ ਤੇ ਉੱਥੋਂ ਘਰ ਆਪੜਿਆ, ਵੱਡੇ ਭਾਈ ਸਾਹਿਬ ਦੇ ਘਰ ਹੀ ਮੈਂ ਰਹਿਣਾ ਸੀ। ਤੇ ਉਦੋਂ ਲੁਧਿਆਣਾ ਜਿਹੜਾ ਸੀ, ਉਦੋਂ ਸਾਰਾ ਹੀ ਲੁਧਿਆਣਾ ਸਾਈਕਲ ਤੇ ਵੀ ਗਾ ਲੈਂਦੇ ਸੀ ਅਸੀਂ। ਏਡਾ ਮਤਲਬ ਕੰਪੈਕਟ ਜਿਹਾ ਸ਼ਹਿਰ ਸੀ, ਖਿਲਰਿਆ ਹੋਇਆ ਸ਼ਹਿਰ ਨਹੀਂ ਸੀ। ਇਹ ਵੀ ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਵਾਰ ਮੈਂ ਖਾਲਸਾ ਕਾਲਜ ਪੜ੍ਹਦਿਆਂ ਪਹਿਲੀ ਵਾਰ ਜਦੋਂ ਸਿਨੇਮਾ ਦੇਖਿਆ, ਸ਼ਮਸ਼ੇਰ ਸਿੰਘ ਸੰਧੂ ਮੇਰਾ ਦੋਸਤ ਦੇ ਨਾਲ ਸੀ ਮੇਰੇ, ਤੇ ਅਸੀਂ ਮਤਲਬ ਸਿਨੇਮਾ ਵੇਖਣ ਤਾਂ ਚਲੇ ਗਏ, ਪਰ ਇਹ ਨਹੀਂ ਸੀ ਪਤਾ ਚੱਜ ਨਾਲ ਕਿ ਮਤਲਬ ਸਿਨੇਮਾ ਸਕਰੀਨ ਦੇ ਨੇੜੇ ਬਹਿ ਕੇ ਵੇਖਣਾ ਵੇਖਣਾ ਚੰਗਾ ਹੁੰਦਾ ਕਿ ਮਗਰਲੇ ਬੰਨੇ ਬਹਿ ਕੇ ਵੇਖਣਾ ਚੰਗਾ ਹੁੰਦਾ। ਇੰਨਾ ਮਤਲਬ ਭੋਲੇਪਨ ਦਾ ਆਲਮ ਸੀਗਾ ਉਦੋਂ। ਗਾਂਹ ਦੀ ਗੱਲ ਤੁਹਾਨੂੰ ਦੱਸਦਾ ਬੇਟੇ ਕਿ ਮੈਨੂੰ ਅਖਬਾਰ 'ਚੋਂ ਖਬਰ ਪਤਾ ਲੱਗੀ ਕਿ ਪੰਜਾਬ ਰੋਡਵੇਜ਼ ਨੇ ਇੱਕ ਨਵਾਂ ਡਿਪੂ ਡਿਵੈਲਪ ਕੀਤਾ, ਬਟਾਲੇ ਨੂੰ ਵੀ ਡਿਪੂ ਬਣਾ ਦਿੱਤਾ। ਮੈਨੂੰ ਮਨ ਦੇ ਵਿੱਚ ਝਾਲੇ ਪਾਗਲਪਨ ਕਹਿ ਲਓ, ਚੱਲ ਇਹ ਕਿ ਮੈਂ ਵੇਖਾਂ ਵੀ ਬੱਸ ਸਟੈਂਡ ਤੇ ਜਾ ਕੇ ਵੀ ਜਦੋਂ ਬੱਸ ਦੇ ਉੱਤੇ ਪੰਜਾਬ ਰੋਡ ਬਟਾਲਾ ਲਿਖਿਆ ਕਿਹੋ ਜਿਹਾ ਲੱਗਦਾ। ਮੈਂ ਸਾਈਕਲ ਚੁੱਕਿਆ, ਫਿਰ ਸਾਈਕਲ ਚੁੱਕਿਆ ਤੇ ਬੱਸ ਸਟੈਂਡ ਤੇ ਜਾ ਕੇ ਤੇ ਜਿਹੜੇ ਥਾਂ ਦੇ ਉੱਤੇ ਜਿਹੜੇ ਸਟੈਂਡ ਤੇ ਆ ਕੇ ਲੱਗਦੀ ਸੀ ਬਟਾਲੇ ਵਾਲੀਆਂ ਬੱਸਾਂ ਲੱਗਦੀਆਂ ਸੀ, ਉੱਥੇ ਜਾ ਕੇ ਜਿਉਂ ਬੈਠਾ ਸ਼ਾਮ ਤੱਕ ਬੈਠਾ ਰਿਹਾ। ਅਲਟੀਮੇਟਲੀ 7 ਵਜੇ ਇੱਕ ਬੱਸ ਆਈ ਤੇ ਉਹ ਬੱਸ ਦੇ ਉੱਤੇ ਜਦੋਂ ਮੈਂ ਪੰਜਾਬ ਰੋਡ ਬਟਾਲਾ ਦੇਖਿਆ ਤੇ ਮੈਨੂੰ ਤਾਂ ਚੜ ਗਿਆ ਚਾਹ ਵੀ ਮਤਲਬ ਜਲੰਧਰ ਲਿਖਿਆ ਹੁੰਦਾ ਸੀ, ਲੁਧਿਆਣਾ ਲਿਖਿਆ ਹੁੰਦਾ ਸੀ, ਇਹ ਪੰਜਾਬ ਰੋਡ ਬਟਾਲਾ ਵੀ ਲਿਖਿਆ, ਮਤਲਬ ਅਸੀਂ ਵੀ ਕਿਸੇ ਗਿਣਤੀ 'ਚ ਆ ਗਏ। ਮੈਨੂੰ ਐਂ ਲੱਗੀ ਯਾਰ ਬਟਾਲਾ ਲਿਖਿਆ ਹੋਇਆ ਮਤਲਬ ਹੈ ਕਿ ਮੇਰੀ ਅਪਗ੍ਰੇਡੇਸ਼ਨ ਹੋਈ ਹੈ, ਮੈਂ ਉਚਾ ਲਿਆ ਆਪਣੇ ਆਪ ਨੂੰ ਆਪਣੇ ਤੌਰ ਦੇ ਉੱਤੇ ਹੀ। ਉਦੋਂ ਬਾਅਦ 'ਚ ਜਦੋਂ ਮੈਨੂੰ ਯਾਦ ਇਹ ਵੀ ਆਉਂਦਾ ਕਿ ਮੈਂ ਪਹਿਲੀ ਵਾਰ ਜਦੋਂ ਯੂਨੀਵਰਸਿਟੀ ਵੇਖਣ ਗਿਆ ਇਸ ਵਾਸਤੇ ਕਿ ਯੂਨੀਵਰਸਿਟੀ ਕਿਹੋ ਜਿਹੀ ਹੈ,
ਤਾਂ ਮੈਨੂੰ ਇਹੀ ਲੱਗੀ ਜਾਵੇ ਵੀ ਇਹ 100 ਏਕੜ 'ਚ ਹੋਏਗੀ। ਮੈਂ ਕਿਸੇ ਨੂੰ ਪੁੱਛਿਆ, ਮੈਂ ਕਿਹਾ ਯੂਨੀਵਰਸਿਟੀ ਕਿੰਨੇ ਏਕੜ 'ਚ ਆ? ਕਹਿੰਦਾ 1200 ਏਕੜ 'ਚ ਆ। ਮੈਂ ਕਿਹਾ ਹੋ ਹੀ ਨਹੀਂ ਸਕਦਾ, ਜਿੱਥੇ ਜਿਹੜੇ ਕਾਲਜ ਮੈਂ ਪੜ੍ਹ ਗਿਆ ਉਹਦਾ 10 ਏਕੜ ਸੀ, ਇਹ ਵੱਧ ਤੋਂ 100 ਏਕੜ ਹੋਏਗੀ। ਕਹਿੰਦਾ ਨਹੀਂ 1200 ਏਕੜ 'ਚ ਆ। ਉਹ ਵੀ ਲੁਧਿਆਣੇ 'ਚ 1200 ਏਕੜ ਹੈ, ਬਾਕੀ ਏਕੜ ਤਾਂ ਜ਼ਿਲ੍ਹਿਆਂ 'ਚ ਵੱਖਰੇ ਨੇ। ਬੜੀ ਹੈਰਾਨੀ, ਮੈਨੂੰ ਪਰੇਸ਼ਾਨੀ। ਜਦ ਮੈਂ 30 ਸਾਲ ਨੌਕਰੀ ਕੀਤੀ, ਉਸ ਬਾਅਦ 'ਚ ਦੇਖਿਆ ਵੀ 1200 ਏਕੜ ਵਾਕਈ 1200 ਏਕੜ ਆ। ਉਹ 'ਚ ਬਹੁਤ ਸਾਰਾ ਏਰੀਆ ਐਸਾ ਜਿਹੜਾ 30 ਸਾਲ ਨੌਕਰੀ ਕਰਕੇ ਵੀ ਮੈਂ ਨਹੀਂ ਵੇਖ ਸਕਿਆ ਅੰਦਰ ਜਾ ਕੇ। ਅੱਛਾ, ਜਦੋਂ ਮੈਂ ਲੁਧਿਆਣੇ ਆਇਆ ਤੇ ਉਦੋਂ ਬੜੀ ਚਰਚਾ ਸੀ। ਗਵਰਨਮੈਂਟ ਕਾਲਜ ਉਦੋਂ ਆਪਣੀ 50ਵੀਂ ਵਰ੍ਹੇਗੰਢ ਮਨਾ ਰਿਹਾ ਸੀ, ਮਨਾ ਹਟਿਆ ਸੀ ਉਹ 70 ਦੇ ਵਿੱਚ। ਤੇ 71 'ਚ ਮੈਂ ਬੜੇ ਕਿੱਸੇ ਸੁਣੇ ਵੀ ਇੱਥੇ ਵੇਖੋ ਜੀ, ਪਿਛਲੇ ਸਾਲ ਅੰਮ੍ਰਿਤਾ ਪ੍ਰੀਤਮ ਜੀ ਵੀ ਆਏ ਸੀ, ਸ਼ਿਵ ਕੁਮਾਰ ਬਟਾਲਵੀ ਵੀ ਆਏ ਸੀ, ਸਾਹਿਲ ਲੁਧਿਆਣਵੀ ਵੀ ਆਏ ਸੀ, ਜਾਨ ਅਖਤਰ ਸਾਹਿਬ ਵੀ ਆਏ ਸੀ, ਹਰਕਿਸ਼ਨ ਲਾਲ ਜਿਹੜੇ ਪੇਂਟਰ ਨੇ ਉਹ ਵੀ ਕਾਲਜ ਦੇ ਉਹ ਵੀ ਆਏ ਸੀਗੇ। ਬੜਾ ਮੇਲਾ ਬਣਿਆ ਸੀ ਜੀ, ਬੜੀ ਰੌਣਕ ਜੀ, ਬੜਾ ਵਧੀਆ ਕਵੀ ਦਰਬਾਰ ਹੋਇਆ ਸੀ ਜੀ। ਤੇ ਮੈਨੂੰ ਇਹ ਚੱਲ ਵੀ ਮੈਂ ਇਹ ਵੇਖਾਂ ਜਾ ਕੇ ਵੀ ਉਹ ਕਿਹੜੀ ਥਾਂ ਤੇ ਫੰਕਸ਼ਨ ਹੋਇਆ ਸੀ। ਫਿਰ ਮੈਂ ਉਹ ਉਚੇਚਾ ਜਾ ਕੇ ਇੱਕ ਮੁੰਡੇ ਨੂੰ ਨਾਲ ਲੈ ਕੇ ਮੈਂ ਹਾਲ ਦੇਖਣ ਗਿਆ ਵੀ ਕਿਹੜੇ ਥਾਂ ਦੇ ਉੱਤੇ ਖਲੋ ਕੇ ਸਾਹਿਲ ਲੁਧਿਆਣਵੀ ਨੇ ਤੇ ਅੰਮ੍ਰਿਤਾ ਪ੍ਰੀਤਮ ਨੇ ਕਵਿਤਾਵਾਂ ਸੁਣਾਈਆਂ ਸੀ, ਸ਼ਿਵ ਕੁਮਾਰ ਨੇ ਕਵਿਤਾਵਾਂ ਸੁਣਾਈਆਂ ਸੀ। ਇਹ ਸਾਦਗੀਆਂ ਹੁੰਦੀਆਂ ਪੁੱਤਰ ਨਿੱਕੇ ਹੁੰਦਿਆਂ ਦੀਆਂ, ਜਿਹੜੀਆਂ ਹੁਣ ਬੜਾ ਸਵਾਦ ਲੈਂਦੇ ਇਸ ਗੱਲ ਚੋਂ। ਜਦੋਂ ਮੈਂ ਉੱਥੇ ਪੜ੍ਹਨ ਚਲਾ ਗਿਆ 76 ਦੇ ਵਿੱਚ, 1976 'ਚ, ਤੇ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਆਪ ਕਵਿਤਾਵਾਂ ਪੜ੍ਹੀਆਂ, ਉਹਨਾਂ ਥਾਵਾਂ ਤੇ ਆਪ ਖਲੋਤੇ, ਉੱਥੇ ਆਪ ਇਨਾਮ ਲਏ, ਤਾਂ ਉਹਦਾ ਉਹਨਾਂ ਸਵਾਦ ਨਹੀਂ ਆਇਆ ਜਿੰਨਾ ਉਸ ਥਾਂ ਨੂੰ ਦੇਖਣ ਦਾ ਸਵਾਦ ਆਇਆ ਜਦੋਂ ਮੈਂ ਆਪ ਜਾ ਕੇ ਵੇਖਿਆ ਕਿ ਕਿਹੜੇ ਡਾਇਸ ਤੇ ਖਲੋ ਕੇ ਸਾਹਿਲ ਲੁਧਿਆਣਵੀ ਸਾਹਿਬ ਨੇ ਇੱਥੇ ਆਪਣਾ ਨਜ਼ਮ ਸੁਣਾਈ ਸੀ ਆਪਣੇ ਕਾਲਜ ਦੀਆਂ ਯਾਦਾਂ ਦੇ ਪੁਰਾਣੇ ਦਿਨਾਂ ਵਿੱਚ। ਜੀ, ਤੇ ਗੁਰਭਜਨ ਜੀ, ਤੁਸੀਂ ਯਾਦ ਦੀ ਗੱਲ ਕੀਤੀ ਤੇ ਆਪਣੀ ਯਾਦ ਤੇ ਤੁਸੀਂ ਕੁਝ ਚੰਦ ਸ਼ਬਦ ਜਾਂ ਚੰਦ ਲਾਈਨਾਂ ਲਿਖੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰੋ। ਵੇਖੋ ਬੇਟੇ, ਮੈਂ ਖਿਲਰਵੇਂ ਰੂਪ ਦੇ ਵਿੱਚ ਤਾਂ ਉਹਨਾਂ ਯਾਦਾਂ ਬਾਰੇ ਬਹੁਤ ਕੁਝ ਲਿਖਿਆ ਜੀ, ਪਰ ਮੈਨੂੰ ਇੱਕ ਯਾਦ ਜਿਹੜੀ, ਫਿਰ ਮੈਂ ਘੁੰਮ ਕੇ ਪਿੱਛੇ ਚਲੇ ਜਾਵਾਂਗਾ ਆਪਣੇ ਪਿੰਡ ਬਾਰੇ, ਆਪਣੇ ਸਕੂਲ ਬਾਰੇ ਜਦੋਂ ਮੈਨੂੰ ਆਉਂਦੀ ਹੈ, ਖਾਸ ਕਰਕੇ ਜਿਹੜੇ ਸਕੂਲ ਦੇ ਵਿੱਚੋਂ ਮੈਂ ਪ੍ਰਾਇਮਰੀ ਪਾਸ ਕੀਤੀ, ਉਹ ਮੈਂ ਯਾਦ ਜ਼ਰੂਰ ਤੁਹਾਨੂੰ ਦੱਸ ਸਕਦਾ, ਕਿਉਂਕਿ ਲੁਧਿਆਣੇ ਦੇ ਬਾਰੇ ਬੜੀ ਖਿਲਰਵੀਆਂ ਯਾਦਾਂ ਬਹੁਤ ਨੇ, ਜਿਹਦਾ ਮਤਲਬ ਕਿਸੇ ਗਜ਼ਲ 'ਚ, ਗੀਤ 'ਚ, ਕਵਿਤਾ 'ਚ ਕਿਤੇ ਨਾ ਕਿਤੇ ਆਨੇ ਬਹਾਨੇ ਬਹੁਤ ਥਾਈਂ ਰੈਫਰੈਂਸ ਆਉਂਦਾ। ਔਰ ਇੱਕ ਮੁਕੰਮਲ ਗਜ਼ਲ ਮੇਰੀ ਹੈਗੀ ਜਿਹੜੀ ਮੇਰੀ ਯਾਦਾਂ ਜਿਹੜੀਆਂ ਮੇਰੀਆਂ ਆਪਣੇ ਸਕੂਲ ਬਾਰੇ ਨੇ। ਮੈਂ ਇਸ ਤਰ੍ਹਾਂ ਲਿਖਿਆ ਸੀ ਕਿ ਯਾਦਾਂ ਵਾਲੇ ਉੱਡਣੇ ਪੰਛੀ ਜਦ ਵਿਹੜੇ ਵਿੱਚ ਆ ਜਾਂਦੇ ਨੇ, ਉੱਡਦੇ ਬਹਿੰਦੇ ਚੁੱਪ ਚਪੀਤੇ ਦਿਲ ਦੀ ਤਾਰ ਹਿਲਾ ਜਾਂਦੇ ਨੇ, ਬਸ ਤਾਂ ਇੱਕ ਬੈਠਣ ਦੀ ਬੋਰੀ ਸਭ ਕੁਝ ਮੋਢੇ ਤੇ ਟਿਕ ਜਾਵੇ, ਜਦੋਂ ਜਮਾਤੀ ਪੰਜਵੀਂ ਵਾਲੇ ਹੁਣ ਵੀ ਚੇਤੇ ਆ ਜਾਂਦੇ ਨੇ। ਬਹੁਤ ਖੂਬ, ਬਹੁਤ ਖੂਬ, ਬਹੁਤ ਵਧੀਆ। ਬਸ ਤਾਂ ਇੱਕ ਬੈਠਣ ਦੀ ਬੋਰੀ ਸਭ ਕੁਝ ਮੋਢੇ ਤੇ ਟਿਕ ਜਾਵੇ, ਜਦੋਂ ਜਮਾਤੀ ਪੰਜਵੀਂ ਵਾਲੇ ਹੁਣ ਵੀ ਚੇਤੇ ਆ ਜਾਂਦੇ ਨੇ। ਉਹਦੇ 'ਚ ਇੱਕ ਪਰਮਿੰਦਰ ਸੀ ਮੇਰਾ ਸ਼ੇਰ ਸੀਗਾ ਕਿ ਦੋ ਦੋ ਗੁੱਤਾਂ ਫੁੱਲਾਂ ਵਾਲੀਆਂ ਕੂੰਜਾਂ ਕਿੱਥੇ ਉੱਡ ਗਈਆਂ ਨੇ, ਦੋ ਦੋ ਗੁੱਤਾਂ ਫੁੱਲਾਂ ਵਾਲੀਆਂ ਕੂੰਜਾਂ ਕਿੱਥੇ ਉੱਡ ਗਈਆਂ ਨੇ, ਭਾਵੇਂ ਉਹਨਾਂ ਪਿੰਡਾਂ ਵੱਲ ਨੂੰ ਅਜੇ ਪੁਰਾਣੇ ਰਾਹ ਜਾਂਦੇ ਨੇ। ਬਹੁਤ ਖੂਬ, ਚਾਕੂ ਨਾਲ ਕਲਮ ਨੂੰ ਕੱਢ ਕੇ, ਜਿਵੇਂ ਗਿਆਨੀ ਜੀ ਸੀ ਲਿਖਦੇ, ਮੇਰੇ ਟੀਚਰ ਹੁੰਦੇ ਸੀ ਗਿਆਨੀ ਸੁਰਜੀਤ ਸਿੰਘ ਕਾਲਾ ਅਫਗਾਨਾ, ਉਹ ਅਕਸਰ ਆਪਣੇ ਕੋਲ ਇੱਕ ਫੋਲਡਿੰਗ ਚਾਕੂ ਰੱਖਦੇ ਹੁੰਦੇ ਸੀ, ਤੇ ਉਹਨਾਂ ਨੇ ਰਸਤੇ ਦੇ ਵਿੱਚੋਂ ਇੱਕ ਸਾਡੇ ਨਖਾਸੂ ਇੱਕ ਨਾਲਾ ਲੰਘਦਾ, ਉੱਥੇ ਨਾ ਕਾਨੇ ਬਹੁਤ ਵਧੀਆ ਉਗਦੇ ਦੇ ਆਸੇ ਪਾਸੇ, ਉਹਨਾਂ ਨੇ ਉਹ ਸਾਡੇ ਵਾਸਤੇ ਕਾਨੇ ਤੋੜ ਕੇ ਲਿਆਇਆ ਕਰਨੇ, ਉਹਦੀਆਂ ਕਲਮਾਂ ਕੱਢ ਕੇ ਸਾਨੂੰ ਦੱਸਦੇ ਹੁੰਦੇ ਸੀ ਕਿ ਜੇ ਅੰਗਰੇਜ਼ੀ ਲਿਖਣੀ ਹੈ ਤਾਂ ਕਲਮ ਇਹੋ ਜਿਹੀ ਹੋਣੀ ਚਾਹੀਦੀ ਹੈ, ਜੇ ਪੰਜਾਬੀ ਲਿਖਣੀ ਕਲਮ ਇਹੋ ਜਿਹੀ ਹੋਣੀ ਚਾਹੀਦੀ ਹੈ। ਤੇ ਮੈਂ ਲਿਖਿਆ ਵੀ ਚਾਕੂ ਨਾਲ ਕਲਮ ਨੂੰ ਕੱਢ ਕੇ, ਜਿਵੇਂ ਗਿਆਨੀ ਜੀ ਸੀ ਲਿਖਦੇ, 35 ਅੱਖਰ ਜਾਗਦੇ ਬੁੱਝਦੇ ਹੁਣ ਵੀ ਰਾਹ ਰੋਸ਼ਨ ਆ ਜਾਂਦੇ ਨੇ। ਉਹਦੇ 'ਚ ਇੱਕ ਸ਼ੇਰ ਸੀ ਕਿ ਅੰਗਰੇਜ਼ੀ ਦੇ ਪੂਰਨਿਆਂ ਤੇ ਲਿਖਣਾ ਭਾਵੇਂ ਸਿੱਖ ਨਹੀਂ ਸਕਿਆ, ਉਹਨਾਂ ਬਦਲੇ ਖਾਦੀ ਕੁੱਟ ਦੇ ਚੇਤੇ ਕੰਬਣੀ ਲਾ ਜਾਂਦੇ ਨੇ। ਬਹੁਤ ਖੂਬ। ਉਹਦੇ ਸੀ ਕਿ ਛੱਪੜ ਕੰਢੇ ਪੋਚ ਕੇ ਫੱਟੀਆਂ ਸੂਰਜ ਕੋਲੋਂ ਧੁੱਪਾਂ ਮੰਗਦੇ, ਬੱਚੇ ਜਦ ਵੀ ਵੇਖ ਲਵਾਂ ਮੈਂ ਉਮਰ ਥਕੇਵਾਂ ਲਾ ਜਾਂਦੇ ਨੇ। ਉਹਨਾਂ ਜੇੜ ਨਕਰਮਾ ਕਿਹੜਾ ਹੋਵੇਗਾ ਇਸ ਧਰਤੀ ਉੱਤੇ, ਮਾਲ ਖਜ਼ਾਨੇ ਬਚਪਨ ਵਾਲੇ ਜਿਹੜੇ ਲੋਕ ਭੁਲਾ ਜਾਂਦੇ ਨੇ। ਬਹੁਤ ਖੂਬ ਗੁਰਭਜਨ ਜੀ, ਤੁਸੀਂ ਆਪਣੇ ਜੀਵਨ ਦੀ, ਮੇਰਾ ਗਲਾ ਬੰਦ ਹੋ ਗਿਆ। ਬਹੁਤ ਖੂਬ ਗੁਰਭਜਨ ਜੀ, ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਆਪਣੀ ਮਿੱਠੀ ਜੀ ਯਾਦ ਨੂੰ ਕਵਿਤਾ ਦੇ ਰੂਪ 'ਚ ਸਾਡੇ ਨਾਲ ਸਾਂਝਾ ਕੀਤਾ, ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅੱਜ ਦੇ ਵਕਤਨਾਮਾ ਪ੍ਰੋਗਰਾਮ ਦਾ ਸਮਾਂ ਬਸ ਇੱਥੋਂ ਤੱਕ। ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰ ਸਾਂਝੇ ਕੀਤੇ ਤੇ ਵੱਖ-ਵੱਖ ਮੁੱਦਿਆਂ ਤੇ ਖੁੱਲ੍ਹ ਕੇ ਆਪਣੇ ਵਿਚਾਰ ਦੱਸੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਹਰਬਾਨੀ ਬੇਟੇ, ਬਹੁਤ ਮਿਹਰਬਾਨੀ। ਪਰਮਾਤਮਾ ਚਾਹਿਆ ਫਿਰ ਮਿਲਾਂਗੇ। ਸੋ ਦਰਸ਼ਕੋ, ਇਹ ਸੀ ਅੱਜ ਦਾ ਵਕਤਨਾਮਾ ਵਿਦ ਗੁਰਭਜਨ ਗਿੱਲ। ਇਸ ਸ਼ਖਸੀਅਤ ਨਾਲ ਹਰ ਹਫ਼ਤੇ ਕਰਾਂਗੇ ਆਪਾਂ ਮੁਲਾਕਾਤ, ਕਰਾਂਗੇ ਖੁੱਲ੍ਹ ਕੇ ਗੱਲਾਂ, ਹਰ ਇੱਕ ਵਿਸ਼ੇ ਤੇ ਚਲੰਤ ਮਾਮਲਿਆਂ ਦੀ ਨਬਜ਼ ਨੂੰ ਫਿਰ ਤੋਂ ਪੜਾਂਗੇ ਅਗਲੀ ਵਾਰ।
ਅੱਜ ਤੱਕ ਲਈ ਬਸ ਇੰਨਾ ਹੀ। ਛੇਤੀ ਹੋਏਗੀ ਮੁਲਾਕਾਤ।